ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ। ਬੁੱਲੇ ਸ਼ਾਹ ਨੇ ਇਹ ਗੱਲ ਪੰਜਾਬ ਦੀ ਧਰਤੀ 'ਚ ਕਈ ਸੌ ਵਰਿਆਂ ਪਹਿਲੇ ਕਹੀ। ਬੁੱਲੇ ਸ਼ਾਹ ਦੀ ਧਰਤੀ ਤੋਂ ਹੀ ਮੇਰਾ ਔਰ ਜਨਾਬ ਤਾਰਿਕ ਫਤਿਹ ਸਾਹਿਬ ਦਾ ਤਲਕ ਹੈ। ਤਾਰਿਕ ਫਤਿਹ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਅਸੀਂ ਗੱਲਬਾਤ ਕਰਾਂਗੇ ਐਸੇ ਹੀ ਮੁੱਦੇ 'ਤੇ ਜਿਹੜੀ ਬੁੱਲੇ ਨੇ ਕਿਹਾ ਕਿ ਤੈਨੂੰ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ। ਤਾਰਿਕ ਫਤਿਹ ਸਾਹਿਬ, ਬੁੱਲੇ ਸ਼ਾਹ ਇੱਕ ਇੰਤਹਾਈ ਖਰਾ ਬੰਦਾ ਸੀ, ਸਾਡਾ ਗੁਰੂ ਸੀ, ਸਾਡਾ ਪੀਰ ਸੀ। ਉਹਨੂੰ ਵੀ ਅੱਜ ਤੋਂ ਕਈ 100 ਸਾਲ ਪਹਿਲੇ ਜਿਵੇਂ ਤਨ ਤੇ ਮੈਨੂੰ ਕਾਫਰ ਕਾਫਰ ਆਖਦੇ ਨੇ ਤੇ ਕਾਫਰ ਕਾਫਰ ਕਹਿੰਦੇ ਸਨ, ਉਹਨੇ ਕਿਹਾ ਇੱਕੋ ਹੀ ਹੱਲ ਹੈ ਕਿ ਮੈਂ ਕਹਿੰਦਾ ਮੈਂ ਹੈਗਾ। ਅੱਛਾ, ਉਹਨੇ ਤਾਂ ਕਿਹਾ ਕਿ ਜੋ ਕਰਨਾ ਕਰ ਲਓ ਤੁਸੀਂ। ਉਹ ਕਹਿੰਦੇ ਨੇ ਜਿਹੜਾ ਮੈਂ ਕਾਫਰ ਹਾਂ ਉਹ ਤਾਂ ਪੋਜ਼ਿਟਿਵ ਮਾਨਿਆ 'ਚ, ਪਰ ਇਹਨਾਂ ਨੇ ਨੈਗੇਟਿਵ ਮਾਨਿਆ ਜਿਹੜਾ ਬਣਾ ਦਿੱਤਾ ਹੈਗਾ। ਤੁਸੀਂ ਕਿਸ ਤਰ੍ਹਾਂ ਗੱਲ ਨੂੰ ਸ਼ੁਰੂ ਕਰੋਗੇ? ਇੱਕ ਜ਼ਮਾਨਾ ਸੀ ਕਿ ਜਿਹੜੀ ਕੁੜੀ ਚੰਗੀ ਲੱਗਦੀ ਸੀ, ਬੜੀ ਖੂਬਸੂਰਤ ਹੁੰਦੀ ਸੀ, ਉਹ ਉਰਦੂ ਵਿੱਚ ਕਹਿੰਦੇ ਸੀ ਕਾਫਿਰ ਹਸੀਨਾ। ਉਹ ਛੱਡੋ, ਜਦੋਂ ਜਿਨਾ ਸਾਹਿਬ ਆ ਗਏ ਤੇ ਫਿਰ ਕੀ ਕੰਮ ਹੈ ਬੁੱਲੇ ਸ਼ਾਹ ਦਾ। ਜਿਸ ਬੰਦੇ ਨੂੰ ਪਤਾ ਨਹੀਂ ਸੀ, ਕਦੀ ਪੰਜਾਬ ਆਇਆ ਨਹੀਂ, ਉਹਨੇ ਨਾ ਜ਼ਬਾਨ ਸੁਣੀ, ਨਾ ਕਦੀ ਮਿਲਿਆ, ਕੁਝ ਨਹੀਂ ਕੀਤਾ, ਉਹਨੇ ਆ ਕੇ ਪੰਜਾਬੀਆਂ ਨੂੰ ਇੱਕ ਤੇ ਵੰਡ ਦਿੱਤਾ, ਦੂਜਾ ਇੰਨੀ ਬੁਰੀ ਇਨਫੀਰੀਅਰਿਟੀ ਕੰਪਲੈਕਸ ਵਿੱਚ ਪਾਇਆ ਕਿ ਪੰਜਾਬੀ ਆਪਣੇ ਬੱਚਿਆਂ ਨੂੰ ਮਾਰਦੇ ਸਨ ਕਿ ਤੁਹਾਨੂੰ ਸਕੂਲ ਭੇਜਿਆ, ਤੁਸੀਂ ਘਰ ਆ ਕੇ ਪੰਜਾਬੀ ਬੋਲਦੇ ਹੋ। ਤੇ ਇਟ ਵਾਜ਼ ਜੈਨੋਸਾਈਡ ਆਫ ਅ ਲੈਂਗੁਏਜ। ਐਂਡ ਪੂਰੀ ਤੁਸੀਂ ਦੁਨੀਆ ਦੀ ਹਿਸਟਰੀ ਵੇਖੋ, ਕੋਈ 500-600 ਵੱਡੀ ਨੈਸ਼ਨੈਲਿਟੀਜ਼ ਹਨ, ਇੱਕ ਨਹੀਂ ਮਿਲੇਗਾ ਪਿਛਲੇ 5000 ਸਾਲ ਵਿੱਚ ਲੱਭੋ ਜਿਹੜੇ ਲੋਕਾਂ ਨੇ ਆਪਣੀ ਮਾਂ ਬੋਲੀ ਨੂੰ ਕਿਹਾ ਕਿ ਇਹ ਠੀਕ ਨਹੀਂ ਹੈ ਜੀ, ਸਾਨੂੰ ਤਾਂ ਫੋਰਨ ਦਾ ਆਈਟਮ ਦਿਖਾਓ। ਤੇ ਉਹ ਬਨਾਵਟੀ ਉਰਦੂ ਬੋਲ ਬੋਲ ਕੇ ਬੇਵਕੂਫ ਲੱਗ ਕੇ ਅੱਜ ਇਹ ਹਾਲਤ ਹੋਈ ਹੈ ਕਿ ਨਾ ਗੱਲ ਕਰ ਸਕਦੇ ਹੋ ਤੁਸੀਂ ਪੰਜਾਬੀ ਵਿੱਚ, ਸਿਰਫ ਨੌਕਰਾਂ ਦੇ ਨਾਲ ਕਰਦੇ, ਚੂੜੀਆਂ ਦੇ ਨਾਲ, ਨੌਕਰਿਆਂ ਦੇ ਨਾਲ, ਬਾਵਰਚੀ ਦੇ ਨਾਲ, ਡਰਾਈਵਰ ਨੂੰ, ਜਾਂ ਡਰੰਕ ਹੋ ਕੇ, ਜਾਂ ਜੂਆ ਖੇਡਣੇ ਜਿਸ ਹਾਰਦੇ ਹੋ ਤਦੋਂ ਪੰਜਾਬੀ ਬੋਲਦੇ ਹੋ। ਯਾਨੀ ਕੋਈ ਜਗ੍ਹਾ ਹੀ ਨਹੀਂ ਛੱਡੀ ਤੁਸੀਂ ਇੱਜ਼ਤ ਦੇ ਨਾਲ ਗੱਲ ਕਰਨ ਦੀ, ਕਿ ਫਿਜ਼ਿਕਸ ਦੀ ਗੱਲ ਹੋਏ ਜਾਂ ਕੈਮਿਸਟਰੀ ਦੀ ਕੋਈ ਪਾਤ ਹੈ, ਉਹ ਫਲਸਫੇ ਦੀ ਗੱਲ ਪੰਜਾਬੀ 'ਚ ਨਹੀਂ ਹੋ ਸਕਦੀ। ਪੰਜਾਬੀ ਪਾਕਿਸਤਾਨੀ ਪੰਜਾਬੀਆਂ ਜਾਂ ਮੁਸਲਮਾਨ ਪੰਜਾਬੀਆਂ ਨੇ ਰਿਜ਼ਰਵ ਕਰ ਲਈਏ ਫॉर ਦ ਡਰੰਕਿਡਨੈਸ। ਦਾਰੂ ਬਹੁਤ ਪੀ ਕੇ ਨਾ ਬੰਦਾ ਪੰਜਾਬੀ ਬੋਲਦਾ ਹੈ। ਕਦੀ ਮੈਨੂੰ ਪੰਜਾਬੀ ਨਹੀਂ ਮਿਲਿਆ ਜਿਹਨੇ ਦਾਰੂ ਪੀ ਕੇ ਉਰਦੂ ਵਿੱਚ ਬਕਵਾਸ ਕੀਤੀ। ਉਹ ਸ਼ੇਰ ਜ਼ਰੂਰ ਸੁਣਾਏਗਾ, उन्होंने कहा है, गालिब ने ये कहा है, वो कहा है, वो आप पे की कहता है, वो नशे च आके बोलेगा, क्योंकि दैट इज हिज ट्रू सेल्फ। लेकिन 70 साल हो गए ने वंड होया, फिर सानू दसिया गया कि सिख जड़े ने वो सिख ने पंजाबी नहीं, सिखां नू दसिया गया कि वो मुसले ने पंजाबी नहीं, ते जेड़े पंजाबी हिंदू सन जिन्हां दा शहर जेड़े ओरिजिनल पंजाबी ने। देखो ना, हिंदुस्तान की सिविलाइजेशन पंजाब तो है, महाभारत पंजाब है। राम दे 2 पुत्र सन, लव ते केश, एक लाहौर ते दूजे दा शहर है कसूर, जिथों तुसी भी आयो मैं भी आया। कसूर च हिंदू नहीं है, लाहौर ते हो ही नहीं सकता। ए ओही गल है कि मक्के दे अंदर किसी दा नाम मोहम्मद ना हो, इस तरह की गल हुई ते वो हिंदू खुद ही कन्विंस हो गए। हाँ, साडा की काम है, हमारी तो वो है गंगा जमुना तहसीब। बहुत इमेजिन करो कि राम दे पुत्रां नूं तुसीं कह रहे हो कि गंगा जमुना तहसीब, अजे तो कोई रहिंदा भी नहीं सी उत्थे। ਇਹ ਸਾਰਾ ਸਾਡਾ ਆਪਣਾ ਹੈ ਪੰਜਾਬ ਦਾ, ਜਿੱਥੋਂ ਉਰਦੂ, ਹਿੰਦੀ, ਸਾਰੀ ਬੋਲੀਆਂ ਉੱਥੋਂ ਨਿਕਲੀਆਂ ਨੇ। ਲੇਕਿਨ ਇੱਕ ਹੁੰਦੀ ਇਨਫੀਰੀਅਰਿਟੀ ਕੰਪਲੈਕਸ ਲੋਕਾਂ ਦੇ ਵਿੱਚ। 1 ਸਾਲ 200 ਸਾਲ ਨਹੀਂ ਹੋ ਸਕਦਾ, ਕੱਲ ਵੀ ਕਿਸੇ ਨੂੰ ਸੋਚ ਆ ਜਾਏ, ਕੋਈ ਜ਼ਿਆ ਮੁਹੀਉਦੀਨ ਜਿਹਾ ਪੰਜਾਬੀ 'ਚ ਗੱਲ ਕਰਨ ਤੋਂ ਡਰੇ ਨਾ। ਮੈਨੂੰ 70s ਦੀ ਯਾਦ ਆਉਂਦੀ ਕਿ ਉਹ ਕਿਹੜੇ ਸਨ ਸ਼ਾਇਰ ਆਪਣੇ, ਕਹਿੰਦੇ ਫੌਜਾਂ ਜਿੱਥੇ ਵੇਖੋ ਫੌਜਾਂ ਹੀ ਫੌਜਾਂ, ਕਿ ਉਸਤਾਦ ਦਾਮਨ ਸਾਹਿਬ, ਉਸਤਾਦ ਦਾਮਨ ਨੂੰ ਕਹਿੰਦੇ ਸਨ ਇਲਾਕਾਈ ਸ਼ਾਇਰ। अच्छा लॉर्ड टीवी बैठा में केड़ा इलाका है, कहते वो हमारा शायर नहीं है, वो हमारा इलाकाई शायर है। हाँ, ये लॉर्ड कह रहे ने। देखो ना, वो फैज साहब दा सोचो कि इन्ना वड्डा पंजाबी उन्हें जिंदगी च कोई लिखी नहीं पंजाबी। हाँ, एक टुटियां भजियां नज़मां लिखियां ने उन्होंने पंजाबी च। ना बाद विच
ਮੈਂ ਦੱਸਿਆ 1969 ਦੇ ਅੰਦਰ ਉਹ ਕਰਾਚੀ ਯੂਨੀਵਰਸਿਟੀ ਆਏ, ਉਹ ਆਪਣੀ ਸੁਣਾ ਰਹੇ ਸਨ ਤੇ ਪਿੱਛੇ ਅਸੀਂ 2-4 ਪੰਜਾਬੀਆਂ ਨੂੰ ਗੈਰਅਪ ਕਰਕੇ ਕਹਾ ਕਿ ਉਹ ਆਪਣੀ ਜ਼ਬਾਨ ਵਿੱਚ ਹੀ ਸੁਣਾਓ, ਕਦ ਤੱਕ ਮਿਰਜ਼ਾ ਗਾਲਿਬ ਬੰਦੇ ਰਹੋਗੇ ਤੁਸੀਂ। At that time he said कि I never realized they had not written anything in Punjabi. Right. ਇਕਬਾਲ ਨੂੰ ਵੇਖੋ, ਉਹਦੀ ਨਾਨੀ ਅੰਮ੍ਰਿਤਸਰ ਰਹਿੰਦੀ ਸੀ, ਉਹ ਛੁਪ ਕੇ ਜਾ ਕੇ ਮਿਲਦਾ ਸੀ ਕਿ ਕੋਈ ਐ ਨਾ ਵੇਖ ਲੈ ਮੇਰੀ ਨਾਨੀ ਪੰਜਾਬੀ ਸਿੱਖਣੀ ਹੈ। ਦਾਦਾ ਉਹਦਾ ਹਿੰਦੂ ਸੀ, ਉਹ ਟੈਗੋਰ ਤੋਂ ਲੜ ਪਿਆ ਕਿ ਮੈਂ ਫਾਰਸੀ ਦਾ ਸ਼ਾਇਰ ਹਾਂ ਤੇ ਈਰਾਨ ਨੇ ਟੈਗੋਰ ਨੂੰ ਦਿੱਤਾ। ਲਾਨਤ ਹੈ, ਤੂੰ ਆਪਣੀ ਜ਼ਬਾਨ ਵਿੱਚ ਕੁਝ ਕਿਹਾ ਹੀ ਨਹੀਂ। ਟੈਗੋਰ ਨੇ ਤਾਂ ਬੰਗਲੇ 'ਚ ਗੱਲ ਕੀਤੀ ਨਾ। ਤੇ ਸਰ ਜਿਹੜੀ ਗੱਲ ਹੀ ਹੈਰੀਟੇਜ ਦੀ, ਦੇਖੋ ਭਾਰਤ ਦੀ ਪੰਜਾਬੀ ਇੱਕ ਬੜੀ ਹੀ ਮਰਕਜ਼ੀ ਜ਼ੁਬਾਨ, ਬੜੀ ਸੈਂਟਰਲ ਲੈਂਗੁਏਜ ਸਰ, which is if there is no Punjabi, India's entertainment industry, ਤੁਸੀਂ ਕਪੂਰ ਫੈਮਿਲੀ ਵੇਖ ਲਓ, ਤੁਸੀਂ ਆਪਣੀ ਜਿਹੜੀ ਪੰਜਾਬੀ ਫਿਲਮਾਂ ਆ ਰਹੀਆਂ ਨੇ ਪੰਜਾਬ ਤੋਂ, ਤੁਸੀਂ ਉਹਨਾਂ ਦੀ ਮਿਲਟਰੀ ਵੇਖ ਲਓ, ਤੁਸੀਂ ਪੂਰੀ ਬਾਲੀਵੁੱਡ ਸਰ, ਪੂਰਾ ਬਾਲੀਵੁੱਡ ਦੇਖੋ, ਪੂਰਾ ਜਿਹੜਾ ਹੈ ਨਾ ਪੰਜਾਬੀ ਇਜ਼ not that big a population, मैं ख्याल 5% भी नहीं इंडिया की पॉपुलेशन पंजाब, लेकिन throughout history पंजाब का असर रहा है। वाई एक तो उत्थे दरिया बहुत ज्यादा ने, जरूरत तो ज्यादा दरिया ने, तो उत्थे कोई भुखा नहीं मरदा, कभी मरिया ही नहीं, कभी तुसी सुनिया ही नहीं होएगा कि पंजाब विच कैद पै गया। वो बंगाल विच हो जाता है, बिहार विच हो जाता है, पंजाब विच संदलों का साग हर जगह मिल जाता है। घर ना भी हो तो 2 दरख्त दिन दे थल्ले बंदा रह जाएगा। तो फिर वो अमेरिकन सिविल वॉर नूं दवा दिओ कि वो कनाल सिस्टम बनिया पंजाब विच, अंग्रेज़ां ने वो कॉटन सारी लैके कपास उगा के दरियाए सिंध तो लैके ले जानी सी लिवरपूल, तो वो सिस्टम बन गया। इट वॉज अ वेरी प्रॉस्परस प्लेस। फिर इधर उधर जमीन भी फड़ लिया। बलोचिस्तान का जो सब तो डेंस इलाका सी, डेरा गाजी खान उन्हें कहा भी साडा है, वो चुप करके वो सारे उधर डीजी खान के बलोच जड़े ने वो पंजाबी हो गए। ते साडे नाल मजाक होया ते पूरे इंडिया ना बिहार वंडिया गया, ना सिंध, ना तमिलनाडु, ना तेलंगाना, ना केरला, ना कुछ नहीं, सिर्फ पंजाब ते बंगाल। क्यों? ये 2 इलाके सन जिथे लोकां नूं अपनी बोली ते फखर सी, अपने कल्चर ते हिंदू मुसलमान बराबर नहीं ते ठीक ठाक ही सन। यानी लाहौर कोई नहीं कह सकता सी कि यह मुसलमानों का शहर। मैं गंगा राम हॉस्पिटल चल रहा है, पता नहीं की गुलाब देवी अस्पताल, गंगा राम, सारा कुछ, न्यू हॉस्पिटल, दयाल सिंह कॉलेज देखो। हाँ, वो उधर आके कुर्ता पजामा पा के लोग आ गए थे, हाथ में लोटा मुंह में पान, लेके रहेंगे पाकिस्तान। पिछे लाहौर दे सारे वजीर खान मौज दे, छोटा मुफ्ती बाकर है जिन्हें छोटे छोटे महल्ले ने। मैनू याद है मैं 5-6 साल का सा, ते मेरा नाना मैनू ले जाके ना अंदरून लाहौर दे वो थोड़े ते खड़ा करा के कहते था, ऐ मेरा नवासा देखो कितनी उर्दू बोलता है। तो मैनू खड़ा करके उर्दू बोलते से सारे लोग वेख रहे, हाँ कमाल किया शेख जी, बच्चा की वो फिर कहते हाँ मेरा नवासा है ना, देखो उर्दू बोलता। नोबडी स्पोक उर्दू इन लाहौर। मैं इनर सिटी की गल कर रहा। वो सडनली आज तुसी जाओ लाहौर पंजाबी कोई नहीं बोलता जब तक ड्रंक ना होए। सर जी हैरीटेज से पंजाबी दी तुसी देखो 4 ਵੱਡੇ ਧਰਮਾਂ ਦੇ ਲੋਕ ਇਹਦੇ ਨਾਲ ਜੁੜੇ ਨੇ, ਹਿੰਦੂ, ਮੁਸਲਿਮ, ਕ੍ਰਿਸਚੀਅਨਸ ਔਰ ਸਿੱਖ। ਇਸ ਵੇਲੇ ਜਦੋਂ ਅਸੀਂ ਕੈਨੇਡਾ 'ਚ ਬਹਿ ਕੇ, ਅਮਰੀਕਾ 'ਚ ਬਹਿ ਕੇ ਔਰ UK ਜਿਹੜੇ ਸਾਡੇ ਪੰਜਾਬੀ ਰਹਿੰਦੇ ਨੇ, ਹੁਣ ਇੰਝ ਲੱਗਦਾ ਹੈ ਕਿ ਜਿਵੇਂ ਪੰਜਾਬੀ ਸਿਰਫ ਨਾ ਸਿੱਖਾਂ ਦੇ ਨਾਲ ਮਿਲ ਗਈ ਹੈ ਜ਼ੁਬਾਨ, ਬਾਕੀ ਕਿਸੇ ਦੀ ਰਹੀ ਨਹੀਂ। ਇਹਦਾ ਇੰਡੀਆ ਦਾ ਬਹੁਤ ਵੱਡਾ ਕਸੂਰ ਹੈ। ਇੱਕ ਪਾਰਟੀਸ਼ਨ ਕਰਾ ਕੇ ਫਿਰ ਉਹਨਾਂ ਨੇ ਦੂਜਾ ਪਾਰਟੀਸ਼ਨ ਕੀਤਾ ਕਿ ਪੰਜਾਬ ਨੂੰ ਫਿਰ ਵੰਡਿਆ ਹਰਿਆਣਾ ਤੇ ਪੰਜਾਬ ਵਿੱਚ। ਤੇ ਅਕਾਲੀ ਦਲ ਦੇ ਨਾਲ ਇਹਨਾਂ ਦਾ ਸੀ ਕਿ ਬਈ ਉਹ ਮਾਸਟਰ ਤਾਰਾ ਸਿੰਘ ਦਾ ਸੀ ਕਿ ਅਸੀਂ ਸਿੱਖਾਂ ਦਾ ਅਲੱਗ ਸਟੇਟ ਬਣਾ। ਜਦ ਤੁਸੀਂ ਮੁਸਲਮਾਨਾਂ ਦੇ ਸਟੇਟ ਤੇ ਤੁਹਾਨੂੰ ਤਕਲੀਫ ਸੀ, ਤੁਸੀਂ ਕਿਹਾ ਕਿ ਨਹੀਂ ਹੈ, ਉਹ ਫਿਰ ਵੀ ਬਿਟਰੇ ਕੀਤਾ ਗਫਾਰ ਖਾਨ ਨੂੰ। ਪੰਜਾਬ ਦੇ ਜਿਹੜੇ ਮੁਸਲਿਮ ਲੀਗ ਕਾਂਗਰਸ ਦੇ ਲੀਡਰ ਸਨ, ਸਰਦਾਰ ਸ਼ੌਕਤ ਹਯਾਤ ਨੂੰ ਵੇਖੋ, ਮੀਆਂ ਇਫਤਖਾਰੁद्दीन ਨੂੰ ਵੇਖੋ, ਇਹ ਸਾਰੇ ਨਾਨ ਮੁਸਲਿਮ ਲੀਗ ਲੋਕ ਸਨ। ਉਹਨੂੰ ਬਿਟਰੇ ਕੀਤਾ ਗਾਂਧੀ ਤੇ ਨਹਿਰੂ ਨੇ। ਫਿਰ ਉਹਨਾਂ ਨੇ
ਫਿਰ ਪਾਰਟੀਸ਼ਨ ਕੀਤਾ ਕਿ ਗੱਲ ਨਹੀਂ ਬਣ ਰਹੀ ਹੈ ਤੇ ਹਿੰਦੂ ਸਿੱਖ ਇੱਕ ਹੀ ਨਾਲ ਨੇ 50-50 ਨੇ, ਇਹਨਾਂ ਨੂੰ ਵੰਡੋ। ਤੁਸੀਂ ਫੇਰ ਪੰਜਾਬ ਜਿਹੜਾ ਬਣਾਇਆ ਉਹਦੇ ਸਾਰਾ ਹਿੰਦੂ ਜਿਹੜਾ ਸੈਗਮੈਂਟ ਸੀ ਉਹ ਹਰਿਆਣੇ ਗਿਆ ਜਾਂ ਹਿਮਾਚਲ ਚਲਾ ਗਿਆ, ਹਿਮਾਚਲ ਹੀ ਹੈ ਨਾ ਉੱਤੇ ਨਾਰਥ, ਬਟ ਦਾ ਜਿਹੜਾ ਏਰੀਆ ਹੈ। ਤੇ ਜਦ ਤੁਸੀਂ ਸੋਚੋ ਕਿ ਨਾ ਸਿਰਫ ਪਾਕਿਸਤਾਨ ਬਲਕਿ ਇੰਡੀਆ ਵਿੱਚ ਵੀ ਮਾਰਜਨਲਾਈਜ਼ ਕਰ ਰਹੇ ਹੋ ਇੱਕ ਜ਼ਬਾਨ ਨੂੰ, ਵਰਨਾ ਦਿੱਲੀ ਤੇ ਨੈਕਸਟ ਡੋਰ ਸੀ ਪੰਜਾਬ ਦੇ, ਗੁੜਗਾਉਂ ਵਗੈਰਾ ਨਾਲ ਹੀ ਆਉਂਦਾ ਸੀ ਨਾ ਪੰਜਾਬ। ਹੁਣ ਇਟ ਇਜ਼ ਅ ਡਿਫਰੈਂਟ ਏਰੀਆ। ਤੇ ਇੱਕ ਹੋਰ ਵੇਖੋ ਕਿ ਜਿਹੜੇ ਪਾਕਿਸਤਾਨ ਦੇ ਨਸੀਬ ਆਏ ਲੋਕੀ, ਕੋ ਪਾਕਿਸਤਾਨ ਦਾ ਪੈਦਾ ਹੋਇਆ ਬੰਦਾ ਆਏ ਨਹੀਂ ਪਾਕਿਸਤਾਨ ਦਾ ਲੀਡਰ। ਇੱਕ ਕੋ ਬੰਬਈ ਦਾ MP ਆਇਆ ਜਿਨਾ ਸਾਹਿਬ, ਜ਼ਬਰਦਸਤੀ ਮੈਂ ਸੁਣਿਆ ਕੋਈ 10 ਲੋਕੀ ਉਹਨੂੰ ਮਿਲ ਕੇ ਉਹਦਾ ਚੂੜੀਦਾਰ ਪਜਾਮਾ ਉਹਨੂੰ ਪਾਉਂਦੇ ਸਨ ਤੇ ਫਿਰ ਅੱਜ ਕਨੇ ਆ ਕੇ ਨਾ ਬੁੱਢੇ ਨੂੰ ਭੇਜ ਦਿੰਦੇ ਕਿ ਜਾ ਥੋੜੀ ਜਿਹੀ 10 ਵਰਡ ਉਰਦੂ ਚ ਕਹਿ ਕੇ ਆ ਜਾ। ਉਹ MP ਸੀ ਮੁੰਬਈ ਦਾ, ਬੰਬੇ ਦਾ, ਉਹਨੇ ਬੰਬੇ ਨੂੰ ਬਿਟਰੇ ਕੀਤਾ। ਪ੍ਰਾਈਮ ਮਿਨਿਸਟਰ ਜਿਹੜਾ ਸੀ ਉਹ ਉੱਥੋਂ ਦਾ ਸੀ, ਕਰਨਾਲ ਦਾ, ਉਹ ਵੀ ਹਰਿਆਣੇ ਵਿੱਚ, ਜਿੱਥੇ ਸਾਡਾ ਯਾਰ ਹਰਬੀਰ ਦੀ ਫਾਰਮਸ ਨੇ, ਉਹ ਉਧਰ ਆ ਕੇ ਉਹ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਬਣ ਗਿਆ। ਉਹ ਲੋਕੀ ਜਿਨ੍ਹਾਂ ਨੇ ਪਾਕਿਸਤਾਨ ਕਦੀ ਵੇਖਿਆ ਨਹੀਂ ਸੀ, ਪੰਜਾਬ ਨੂੰ, ਦੇ ਵਰ ਟੋਟਲ ਆਊਟਸਾਈਡਰਸ। ਉਹਨੇ ਕਹਾ ਨਹੀਂ ਜੀ ਹੁਣ ਤੇ ਪੰਜਾਬੀ ਡਫਰ, ਉਹਨੇ कहा उठ हम भी उर्दू, हमारी जबान भी उर्दू होगी। पंजाबी जबान ते बंदिश लाती। देयर इज नॉट वन स्कूल सर जी, तुसी वेखो, नॉट वन स्कूल इन पाकिस्तानी पंजाब जिथे पंजाबी जबान पढ़ाई जाती। सर ਜਦੋਂ ਅਸੀਂ ਕੈਨੇਡਾ 'ਚ ਬਹਿੰਦੇ ਹਾਂ ਤੇ ਮੈਨੂੰ ਬੜੀ ਖੁਸ਼ੀ ਹੋਈ, ਕੁਝ ਸਾਲ ਪਹਿਲੇ ਜਗਮੀਤ ਸਿੰਘ ਨੇ ਕਿਹਾ ਜੀ ਪੰਜਾਬੀ ਹੈਰੀਟੇਜ ਮੰਥ। ਸਿੱਧੂ ਸਾਹਿਬ ਹੁੰਦੇ ਸਨ NDP ਦੇ ਇੱਕ MP ਸਰੀ ਤੋਂ, ਉਹਨਾਂ ਨੇ ਵੀ ਫੈਡਰਲ ਲੈਵਲ ਦੇ ਉੱਤੇ ਪੰਜਾਬੀ ਹੈਰੀਟੇਜ ਆਇਆ। ਅੱਜ ਅਸੀਂ ਦੇਖਦੇ ਹਾਂ ਕਿ ਉਹ ਪੰਜਾਬੀ ਹੈਰੀਟੇਜ ਮੰਥ ਗਾਇਬ ਹੋ ਗਿਆ, ਸਿਰਫ ਸਿੱਖ ਹੈਰੀਟੇਜ ਮੰਥ ਰਹਿ ਗਿਆ। ਅੱਛਾ, ਸਾਨੂੰ ਕੋਈ ਇਤਰਾਜ਼ ਨਹੀਂ ਸਿੱਖਾਂ ਦੀ ਇਤਰਾਜ਼ ਹੈ, ਅੱਛਾ ਸਿੱਖਾਂ ਦੀ ਹੈਰੀਟੇਜ ਹੈ, ਵੀ ਲਵ ਇਟ, ਲੇਕਿਨ ਸਵਾਲ ਇਹ ਹੈ ਕਿ ਅਸੀਂ ਬਾਕੀ ਪੰਜਾਬੀ ਕਿੱਧਰ ਗਏ? ਸਰ ਤੁਸੀਂ ਸਿੱਖੀ ਆਪਣੇ ਮੁਸਲਮਾਨ ਪੰਜਾਬੀ ਆਪਣੇ ਅੰਦਰੋਂ ਸਿੱਖੀ ਕਿਸ ਤਰ੍ਹਾਂ ਕੱਢ ਸਕਦੇ ਹੋ? ਨਹੀਂ ਕੱਢ ਸਕਦੇ। ਹਾਂ, ਨਾਨਕ ਨੇ ਕੀ ਕਿਹਾ ਕਿ ਨਾ ਹਿੰਦੂ ਹੈ ਨਾ ਮੁਸਲਮਾਨ ਹੈ, ਉਧਰੋਂ ਅੰਦਰ ਹੀ ਸਿੱਖੀ ਨਿਕਲੀ ਨਾ। ਸਿੱਖੀਜ਼ਮ ਇਜ਼ ਦੀ ਕਨਫਲੂਐਂਸ ਆਫ ਥੀਸ ਟੂ ਰਿਲੀਜਨਸ। ਇੱਕ ਤੇ ਅਗਰ ਸਿੱਖੀ ਨਾ ਹੁੰਦੀ ਤੇ ਵਿਚਾਰੇ ਹਿੰਦੂਆਂ ਦਾ ਹਸ਼ਰ ਹੋ ਜਾਂਦਾ, ਕਿਉਂਕਿ ਉਹ ਅਬਦਾਲੀ ਆਏ ਜਾ ਰਿਹਾ ਸੀ ਉੱਥੋਂ, ਲੁੱਟਣ ਵਾਲੇ ਆਂਦੇ ਸਨ, ਲੁੱਟ ਕੇ ਮਹਾਰਾਜਾ ਰਣਜੀਤ ਸਿੰਘ ਨਹੀਂ ਹੁੰਦਾ ਨਾ ਤੇ ਅੱਜ ਪਾਕਿਸਤਾਨ ਹੈ ਸਾਰਾ, it would be totally useless. He would have massacred everything. ਇਸ ਵਾਸਤੇ ਤੇ ਸਾਡਾ ਮਿਜ਼ਾਈਲ ਦਾ ਨਾਂ ਕੀ ਹੈ? ਅਬਦਾਲੀ ਹੈ ਨਾ, ਤੇ ਗੌਰੀ ਦੱਸੋ ਬਚਾਇਆ ਸੀ ਮਹਾਰਾਜਾ ਰਣਜੀਤ ਸਿੰਘ ਨੇ। ਸਾਨੂੰ ਬਚਾਇਆ ਕਿੰਨੇ? ਪੰਜਾਬ ਨੂੰ ਕਿੰਨੇ ਬਚਾਇਆ? ਮਹਾਰਾਜਾ ਰਣਜੀਤ ਸਿੰਘ ਨੇ। ਤੇ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਜਰਨਲ ਜਿਹੜੇ ਸਨ ਉਹ ਹਿੰਦੂ ਜਾਂ ਹਿੰਦੂ ਤੇ ਇੰਨੇ ਨਹੀਂ ਸਨ, ਮੁਸਲਮਾਨ ਕਾਫੀ ਸਨ। ਤੇ ਉਹਦੀ ਬੀਵੀਆਂ ਵੀ, ਮੇਰੇ ਨਾਨਾ ਦੇ ਜਿਹੜੇ ਦਾਦਾ ਸਨ, he was a general in ਮਹਾਰਾਜਾ ਰਣਜੀਤ ਸਿੰਘ ਆਰਮੀ। ਤੇ ਸਾਡੇ ਜਿਹੜੇ ਨਾਨੇ ਦਾ ਪੁਰਾਣਾ ਘਰ ਸੀ ਪੁਰਾਣੇ ਲਾਹੌਰ ਵਿੱਚ, everywhere on the wall there were swords and pictures and figures. So it looked like a Sikh home. ਲੇਕਿਨ ਤੁਸੀਂ ਮਿਲਾਵਟ ਕਰੋਗੇ ਕਿੰਨੀ ਕਰ ਸਕਦੇ ਹੋ? ਦੁੱਧ 'ਚ ਕਿੰਨਾ ਪਾਣੀ ਪਾਓਗੇ? ਐਟ ਸਮ ਸਟੇਜ ਕਸਟਮਰ ਕਹੇਗਾ ਭਈਆ ਮੈਂ ਪਾਣੀ ਨਹੀਂ ਮੰਗ ਰਿਹਾ, ਮੈਂ ਦੁੱਧ ਮੰਗ ਰਿਹਾ, ਮੈਨੂੰ ਦੁੱਧ ਦੇ ਦਿਓ, ਕੀ ਪਿਆਈ ਜਾ ਰਹੇ ਹੋ? ਤੁਸੀਂ ਗੱਲ ਕੀਤੀ ਹੈ ਕਿ ਕਸਟਮਰ ਕਹੇਗਾ ਜਾਂ ਕੰਜ਼ਿਊਮਰ ਕਹੇਗਾ ਕਿ ਮੈਨੂੰ ਅਸਲ ਦਿਓ, ਕਿੰਨੀ ਕੁ ਮਿਲਾਵਟ ਦਿਓਗੇ। ਹੁਣ ਸਾਡੇ ਜਿਹੜੇ ਕੁਝ ਬੜੇ ਹੀ ਟਾਈਨੀ ਪਰਸੈਂਟੇਜ ਜਿਹੜੇ ਖਾਲਿਸਤਾਨੀ ਹੈ ਨੇ ਇੱਥੇ ਰਹਿਣ ਵਾਲੇ, ਉਹਨਾਂ ਦਾ ਮਜ਼ਹਬ ਦੇ ਨਾਂ ਤੋਂ, ਧਰਮ ਦੇ ਨਾਂ ਤੋਂ ਪਹਿਲੇ ਵੰਡ ਹੋਈ 47 ਵਿੱਚ ਪੰਜਾਬ ਵਿੱਚ ਖੂਨ ਪਿਆ। ਉਹ ਬੜੇ ਚਿਰਾਂ ਤੋਂ ਡਿਮਾਂਡ ਖਾਲਿਸਤਾਨ ਦੀ ਕਰ ਰਹੇ ਨੇ। ਇੰਡੀਆ 'ਚ ਤਾਂ ਖੈਰ ਉਹ ਖਾਲਿਸਤਾਨ ਦੀ ਕੋਈ ਗੱਲਬਾਤ ਹੀ ਨਹੀਂ ਹੈ। ਸਰ ਮੇਰੀ ਗੱਲ ਸੁਣ, ਇਹ ਜ਼ਰੂਰ ਖਾਲਿਸਤਾਨ ਬਣਾਉਣ, ਬਸ ਲਾਹੌਰ ਨੂੰ ਉਹਨਾਂ ਕੈਪੀਟਲ ਬਣਾ ਦੇਣ, ਮੈਂ ਇਹਨਾਂ ਦੇ ਨਾਲ ਹੋ ਜਾਂਦਾ। ਹਾਂ, ਅਗਰ ਲਾਹੌਰ, ਰਾਵਲਪਿੰਡੀ, ਮੁਲਤਾਨ ਦੇ ਬਗੈਰ ਪੰਜਾਬ ਨਹੀਂ ਹੋ ਸਕਦਾ। ਬਿਲਕੁਲ ਠੀਕ ਹੈ। ਇਹ ਬੋਗਸ ਗੱਲ ਹੈ ਕਿ ਜਲੰਧਰ ਤੇ ਲੁਧਿਆਣਾ ਲੈ ਕੇ ਤੁਸੀਂ ਪੰਜਾਬ ਬਣਾ ਰਹੇ ਹੋ। ਪੰਜਾਬ ਕੀ ਖਾਲਿਸਤਾਨ ਕੀ ਹੈ? ਖਾਲਿਸਤਾਨ ਜਿਹੜਾ ਹੈ ਪਾਕਿਸਤਾਨ ਹੋਇਆ ਨਾ, 52 ਖਾਲਿਸਤਾਨ ਮਿਲਦੇ ਨੇ ਇਸਲਾਮਿਕ ਕਾਨਫਰੰਸ ਵਿੱਚ। ਹਰ ਕੋਈ ਪਾ ਕੇ ਇੱਕਦਮ ਖਾਲਿਸ ਵੀ ਓਰੀਜਿਨ ਵਰਡ
ਉੱਥੋਂ ਦਾ ਹੀ, ਅਰਬੀ ਦਾ ਹੈ, ਪਿਓਰ ਪੰਜਾਬੀ ਤਾਂ ਨਹੀਂ ਹੈ। ਬਲਕਿ ਪੰਜਾਬ ਇਟਸੈਲਫ ਇਜ਼ ਫਰੋਮ ਪਰਸ਼ੀਅਨ। ਪਰਸ਼ੀਅਨ, ਠੀਕ ਹੈ, ਆਪ ਪੰਜਾਬ ਤੇ ਪੰਜ ਵੀ ਹਾਂ। ਖੈਰ ਦੂਜੀ ਗੱਲ, ਇਹ ਖਾਲਿਸਤਾਨੀਆਂ ਨੂੰ, ਜਿਹੜੇ ਸਿੰਸੀਅਰ ਖਾਲਿਸਤਾਨੀ ਉਹਨਾਂ ਨਾਲ ਗੱਲ ਵੀ ਹੋ ਸਕਦੀ, ਲੇਕਿਨ ਜਿਹੜੇ ISI ਵਾਲੇ ਨੇ ਨਾ, ਉਹ ਜਿਹੜੇ ਝੰਡਾ ਲੈ ਕੇ ਪਾਕਿਸਤਾਨ ਤੇ ਖਾਲਿਸਤਾਨ ਅਸੀਂ ਭਰਾ ਨੇ, ਉਹ ਤੁਸੀਂ ਤਾਂ ਮਾਰਿਆ ਸਿੱਖਾਂ ਨੂੰ ਲਾਹੌਰ, ਤੁਸੀਂ ਕਹਿ ਰਹੇ ਹੋ ਸਾਡੇ ਭਰਾ ਨੇ, ਲੇਕਿਨ ਉਹ ਸਿੱਖਾਂ ਨੂੰ ਇਹ ਯਾਦ ਨਹੀਂ ਆਉਂਦਾ ਕਿ ਜਿਹੜੇ ਔਰੰਗਜ਼ੇਬ ਨੂੰ ਪਾਕਿਸਤਾਨ ਆਪਣਾ ਸਭ ਤੋਂ ਵੱਡਾ ਬੰਦਾ ਸਮਝਦੇ ਨੇ, ਉਹ ਕਹਿੰਦੇ ਨੇ ਕਿ ਔਰੰਗਜ਼ੇਬ ਤੋਂ ਬਿਹਤਰ ਕੋਈ ਮੁਸਲਮਾਨ ਦੁਨੀਆ 'ਚ ਪੈਦਾ ਹੀ ਨਹੀਂ ਹੋਇਆ। ਯਾਰ ਆਪਣੇ ਗੁਰੂਆਂ ਦਾ ਤੇ ਸੋਚੋ, ਸਾੜ ਕੇ ਮਾਰਤਾ, ਗਰਦਨਾਂ ਉਡਾ ਦੀਆਂ ਬੱਚਿਆਂ ਤੇ। ਇਹ ਅਗਰ ਖਾਲਸਾ ਨਹੀਂ ਹੁੰਦਾ ਤੇ ਬਚਣਾ ਨਹੀਂ ਸੀ ਕੋਈ ਨਾਨ ਮੁਸਲਿਮ ਪੰਜਾਬੀ, ਕਿਉਂਕਿ ਸਾਡਾ ਰੋਲ ਕੀ ਹੈ, ਉੱਥੋਂ ਇਨਵੇਡਰ ਆਉਂਦਾ ਸੀ, ਅਸੀਂ ਕਹਿੰਦੇ ਸੀ ਬਈ ਥੋੜਾ ਜਿਹਾ ਸਾਨੂੰ ਆਕਟਰਾਈ ਟੈਕਸ ਦੇ ਦਿਓ, ਦਿੱਲੀ ਦੂਰ ਉਹ ਉਧਰ ਦਿੱਲੀ ਉਹਦਾ ਹਮਲਾ ਕਰ ਦਿਓ। ਸਾਡੇ ਪੰਜਾਬ ਵਿੱਚ ਜੰਗ ਨਹੀਂ ਹੁੰਦੀ ਸੀ, ਅਸੀਂ ਬਹਿ ਜਾਂਦੇ ਨੇ ਨੌਕਰਾਂ ਦਾ, ਮਾਈ ਬਾਪ ਕੀ ਹਾਲ ਹੈ ਤੁਹਾਡਾ, ਤੇ ਬੜਾ ਚੰਗਾ, ਤੇ ਘਿਓ ਸ਼ੋ ਚਾਹੀਦਾ, ਦੁੱਧ ਚਾਹੀਦਾ, ਉਹ ਲੈ ਜਾ, ਸਾਡੇ ਨਾਲ ਸਾਡੀ ਕੁੜੀਆਂ ਵੀ ਲੈ ਜਾਂਦੇ ਸਨ। ਉਹ ਸਾਰੇ ਮੁਸਲਮਾਨ ਹੋਏ ਕਿਸ ਤਰ੍ਹਾਂ, ਜੁੱਤੀਆਂ ਪੈ ਕੇ ਹੋਏ ਨੇ ਨਾ। ਕੋਈ ਪੰਜਾਬ ਦਾ ਇਸਲਾਮ ਤੇ ਯੂਪੀ ਦਾ ਇਸਲਾਮ ਬੜਾ ਡਿਫਰੈਂਟ ਹੈ। ਪੰਜਾਬੀ ਇਸਲਾਮ ਵਿੱਚ ਤੁਸੀਂ ਹਰ ਇੱਕ ਦਾ ਮਜ਼ਾਕ ਉਡਾ ਸਕਦੇ ਹੋ। ਮਰਾਸੀ ਜਿਹੜੇ ਨੇ ਉਹ ਅੱਲਾਹ ਤਾਲਾ ਦੇ ਵੀ ਅਸੀਂ ਕਰ ਦਿੰਦੇ ਨੇ, ਲੇਕਿਨ ਤੁਸੀਂ ਦੂਜੇ ਇਲਾਕੇ ਜਾਓ, ਯੂ ਕੈਨ ਨਾਟ ਡੂ ਦਿਸ। ਤੇ ਸਾਡਾ ਜਿਹੜਾ ਮੈਜੋਰਿਟੀ ਕਮਿਊਨਿਟੀ ਦਾ ਕਲਚਰ ਸੀ ਪਾਕਿਸਤਾਨ, ਜਿਹੜਾ ਜੋ ਬੰਗਾਲ ਪਹਿਲੇ ਸੀ, ਉਹ ਤੇ ਉਹਨਾਂ ਨੇ ਤੈਅ ਕਰ ਲਿੱਤਾ ਕਿ ਇਹ ਤਿਲਾਂ 'ਚ ਤੇਲ ਨਹੀਂ ਹੈ, ਇਹ ਪਾਕਿਸਤਾਨ, ਆਪਣਾ ਨਾਂ ਪਾਕਿਸਤਾਨ ਉਹਨਾਂ ਨੇ ਚੇਂਜ ਕਰਕੇ ਬੰਗਲਾਦੇਸ਼ ਕੀਤਾ। ਇਹ ਫਿੱਟੇ ਮੂੰਹ ਪਾਕਿਸਤਾਨੀ ਪੰਜਾਬੀਆਂ ਦਾ, ਉਹਨੇ ਕਿਹਾ ਨਹੀਂ ਹਮ ਪਾਕਿਸਤਾਨ ਹੈ, ਲੋਕ ਕਰ ਲਓ ਜੋ ਕਰਨਾ ਤੁਸੀਂ। ਦੇਖੋ ਗੱਲ ਇਹ ਕਿ ਮੈਂ ਬੁੱਲੇ ਤੋਂ ਗੱਲ ਸ਼ੁਰੂ ਕੀਤੀ ਸੀ, ਬੁੱਲੇ ਨੇ ਜੀ ਕਿਹਾ ਕਿ ਤੈਨੂੰ ਕਾਫਰ ਆਖਦੇ, ਤੂੰ ਆਖੋ ਆਖ। ਕਸੂਰ ਤੋਂ ਤਲਕ ਸੀ, ਤੁਹਾਡਾ ਵੀ ਮੇਰਾ ਵੀ ਕਸੂਰ ਤੋਂ ਤਲਕ ਹੈ, ਔਰ ਸਾਨੂੰ ਵੀ ਇਹੋ ਹੀ ਲੋਕ ਕਹਿੰਦੇ ਨੇ। ਬੁੱਲੇ ਨੇ ਕਿਹਾ ਕਿ ਨਹੀਂ ਇੰਜ ਨਹੀਂ ਚੱਲੇਗਾ, ਲੇਕਿਨ ਇਹ ਜਿਹੜਾ ਘਟੀਆ ਵਰਡ ਹੈਗਾ ਕਾਫਰ, ਬਿਲਕੁਲ ਸਰ, ਸਟੈਂਡਰਡ ਵਰਡ ਹੈ। ਹਾਂ, ਇਹਦੀ ਕੰਡੈਮਨੇਸ਼ਨ ਤਾਂ ਹੋਣੀ ਚਾਹੀਦੀ ਨਾ। ਅਸੀਂ ਇੱਕ ਪਾਸੇ ਮੁਸਲਮਾਨ ਇਸਲਾਮੋਫੋਬੀਆ ਦੀ ਗੱਲ ਕਰਨੇ ਆ, ਇਹ ਹਿੰਦੂਫੋਬੀਆ ਹੈਗਾ ਸਰ, ਹਿੰਦੂ ਹੇਟਰਿਡ ਹੈ, ਹਿੰਦੂਫੋਬੀਆ ਨਹੀਂ ਹੈ। ਠੀਕ, ਇਹ ਜਿਹੜਾ ਹਿੰਦੂਆਂ ਨੂੰ ਹੇਟ ਕਰਨ ਦਾ ਬੇਸਿਸ ਹੈ, ਬੰਗਾਲ ਵਿੱਚ ਇਹਨਾਂ ਟੈਸਟ ਕੀਤਾ ਨਹੀਂ ਚੱਲਿਆ, ਸ਼ੇਖ ਮੁਜੀਬ ਨਿਕਲ ਦਫਾ ਹੋ ਜਾਣ, ਨਿਕਲ ਜਾਓ। ਤੋਂ ਪੰਜਾਬ ਵਿੱਚ ਅੱਜ ਵੀ ਸਿੰਧ ਵਿੱਚ ਨਹੀਂ ਹੈ ਹਿੰਦੂ ਹੇਟਰਿਡ, ਨਹੀਂ ਨਾ ਬਲੋਚਿਸਤਾਨ ਵਿੱਚ। ਇਹ ਪੰਜਾਬੀ ਮੁਸਲਮਾਨ ਨੂੰ ਇਹ ਕਨਵਿੰਸ ਕਰਤਾ ਕਿ ਤੂੰ ਅਰਬ ਹੈ। ਤੁਸੀਂ ਵੇਖਿਆ ਹੋਏਗਾ, ਅਗਰ ਤੁਸੀਂ ਮਿਡਲ ਈਸਟ ਗਏ, ਮੈਂ ਤਾਂ 10 ਸਾਲ ਸਾਊਦੀ ਅਰੇਬੀਆ ਰਿਹਾ, ਉਹ ਬੇਵਕੂਫੀ ਦੀ ਗੱਲ ਹੈ, ਹਾਜ਼ਾ ਇੰਤਾ ਕੇਫ, ਇਹ ਭੈੜੀ ਅਰਬੀ ਪੰਜਾਬੀ ਚ ਬੋਲਦੇ ਨੇ, ਸ਼ਰਮ ਆ ਜਾਂਦੀ। ਤੁਹਾਡਾ ਇਨਫੋਰਮੇਸ਼ਨ ਮਿਨਿਸਟਰ ਹੈ, ਮੈਂ ਉਹਨੂੰ ਕਿਹਾ ਸੀ ਕਿ ਬਈ ਤੂੰ ਇੰਗਲਿਸ਼ ਪੰਜਾਬੀ ਨਾ ਬੋਲਿਆ ਕਰ, ਤੇ ਕਿਸੇ ਨੂੰ ਸਮਝ ਨਹੀਂ ਆਉਂਦੀ। ਦੇ ਆਰ ਨਾਟ ਨੈਚੁਰਲ ਟੂ ਦੇਅਰ ਮਦਰ ਟੰਗ। ਜਿਹੜੇ ਲੋਕ ਆਪਣੀ ਮਾਂ ਬੋਲੀ ਦੇ ਨਾਲ ਸੱਚੇ ਨਹੀਂ, ਉਹ ਆਪਣੀ ਮਾਂ ਦੇ ਨਾਲ ਵੀ ਸੱਚੇ ਨਹੀਂ। ਉਹ ਜ਼ਿੰਦਗੀ ਕੱਢ ਜਾਂਦੀ ਐਕਟਿੰਗ ਕਰ ਕਰਕੇ। ਤੇ ਜਿਹੜੇ ਦੂਜੇ ਮੁਲਕ ਹੋਣ ਜਿੱਥੇ ਇਸ ਟਾਈਪ ਦੀ ਕਮਿਊਨਿਟੀ ਮਾਈਨੋਰਿਟੀ ਹੋਏ ਤਾਂ ਫਰਕ ਨਹੀਂ ਪੈਂਦਾ। ਅੰਦਾਜ਼ਾ ਲਾਓ, ਜਿਹੜੀ 65% ਪੰਜਾਬੀ ਪਾਕਿਸਤਾਨ ਦੇ ਅੰਦਰ ਹੈ, ਉਹ ਆਪਣੇ ਆਪ ਤੋਂ ਸ਼ਰਮਿੰਦਾ। ਅਗਰ ਇਹ 10% ਹੁੰਦੇ ਤੇ ਲੱਗਦਾ ਸੀ ਕਿ ਮਾਈਨੋਰਿਟੀ ਦਾ ਪ੍ਰੋਬਲਮ ਹੈ, ਦੇ ਵਾਂਟ ਟੂ ਐਡਜਸਟ ਐਂਡ ਕੰਟਰੋਲ, ਉਹਨਾਂ ਦੀ ਆਪਣੀ ਹੁੰਦੀ। ਜਿਸ ਤਰ੍ਹਾਂ ਅਸੀਂ ਕੈਨੇਡਾ 'ਚ ਬੈਠੇ ਹਾਂ, ਜਿੰਨਾ ਵੀ ਇੰਟੀਗ੍ਰੇਟ ਹੋਈਏ ਸਾਡੀ ਮੁਸ਼ਕਿਲਾਂ ਚਲਦੀਆਂ ਰਹਿੰਦੀਆਂ ਨੇ। ਇਹ ਤਾਂ ਮੈਜੋਰਿਟੀ ਹੋ ਕੇ ਇਨਫੀਰੀਅਰਿਟੀ ਕੰਪਲੈਕਸ ਵਿੱਚ ਨੇ। ਤੇ ਇਹ ਸੋਚੋ ਕਿ ਕਿਸੇ ਨੇ ਪਿਆਰ ਦੇ ਵੀ ਨਾਲ ਆਪਣੇ ਬੱਚੇ ਦਾ ਨਾਂ ਭੁੱਲੇ ਸ਼ਾਹ ਨਹੀਂ ਰੱਖਿਆ। ਇੱਕ ਜਿਹੜਾ ਮੁਗਲ ਬਾਦਸ਼ਾਹ ਪੰਜਾਬੀ ਸੀ, ਦਾਰਾ ਸ਼ਿਕੋ, ਉਹਦੇ ਨਾਂ ਤੇ ਦਾਰਾ, ਇੱਕ ਪਹਿਲਵਾਨ ਹੁੰਦਾ ਸੀ, ਉਹਦੇ ਬਾਅਦ ਮੈਂ ਦਾਰਾ ਨਾਂ ਨਹੀਂ ਸੁਣਿਆ ਪਾਕਿਸਤਾਨ ਵਿੱਚ, ਕਦੀ ਵੀ ਨਹੀਂ ਤੁਸੀਂ ਸੁਣੋਗੇ। ਸਾਰੇ ਜਿਹੜੇ ਉਰਦੂ ਸਪੀਕਿੰਗ, ਫਾਰਸੀ, ਟਰਕਿਸ਼ ਸਪੀਕਿੰਗ ਮੁਗਲ ਸਨ, ਉਹਨਾਂ ਨਾਲ ਜਹਾਂਗੀਰ, ਸ਼ਾਹਜਹਾਨ, ਉਹ ਕਿੱਥੋਂ ਦੇ ਜਹਾਂਗੀਰ, ਕਿੱਥੇ ਕਿਹੜਾ ਸ਼ਾਹਜਹਾਨ। ਤੇ ਜਿਹੜੀ ਇਹ ਸਾਰੀ ਸੂਰਤ ਹਾਲ ਜੇ ਪੰਜਾਬੀਆਂ ਦੀ ਆਪਣੇ ਆਪ ਨੂੰ ਨਾ ਮੰਨਣ ਦੀ, ਮੈਨੂੰ ਹਨੀਫ ਰਾਮੇ ਸਾਹਿਬ ਦੀ ਕਿਤਾਬ ਯਾਦ ਆ ਰਹੀ, ਪੰਜਾਬ ਦਾ ਮੁਕੱਦਮਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬੀ ਪੰਜਾਬ ਦਾ ਮੁਕੱਦਮਾ,
ਪੰਜਾਬ ਕਾ ਮੁਕੱਦਮਾ ਦੁੱਖ ਦੀ ਗੱਲ। ਹਾਂ, ਉਹਦੀ ਰਾਮੇ ਦੀ ਵੀ ਬੇਵਕੂਫੀ ਵੇਖੋ ਕਿ ਪੰਜਾਬੀ ਦੀ ਗੱਲ ਕੀਤੀ ਤੇ ਉਰਦੂ ਵਿੱਚ ਨਾ ਲਿਖਿਆ ਪੰਜਾਬ ਕਾ। ਮੈਂ ਰਾਮੇ ਸਾਹਿਬ ਨੂੰ ਜਾ ਕੇ ਖੁਦਾ ਦੇ ਵਾਸਤੇ ਉਹ ਕਹਿੰਦਾ ਆਈ ਡਿਡਨਟ ਨੈਵਰ ਅਕਰਡ ਟੂ ਮੀ, ਆਈ ਐਮ ਓਨੈਸਟਲੀ ਟੈਲਿੰਗ। ਮਿਰਾਜ ਖਾਲਿਦ ਦੇ ਸਾਰੇ ਬੜੇ ਨੇਕ ਬੀਬੇ ਲੋਕੀ ਸਨ। ਉਹਨੂੰ ਵੇਖੋ ਹਬੀਬ ਜਾਲਿਬ ਨੇ ਉਰਦੂ ਵਿੱਚ ਨਜ਼ਮ ਕੀ, ਪੰਜਾਬ ਤੂੰ ਜਾਗ ਤੂੰ ਜਾ। ਓਏ ਲਾਹੌਰ ਦਾ ਬੰਦਾ ਇਹ ਨਹੀਂ ਕਹਿ ਰਿਹਾ ਉਹ ਪੰਜਾਬੀਓ ਜਾਗੋ, ਉਰਦੂ ਵਿੱਚ ਜਾਗ ਮੇਰੇ ਪੰਜਾਬ ਜਾਗ। ਉਹ ਖੁਦਾ ਦਾ ਖੌਫ ਕਰ, ਤੂੰ ਕਿੱਥੋਂ ਲਾਹੌਰ ਜਾ ਕੇ ਉਰਦੂ ਵਿੱਚ ਕਹਿ ਰਿਹਾ ਪੰਜਾਬ ਜਾਗ। ਹਾਊ ਕੈਨ ਪੰਜਾਬ ਜਾਗ? ਮੈਂ ਹਮੇਸ਼ਾ ਆਪ ਤੇ ਪੰਜਾਬੀ ਚ ਆਉਂਦਾ ਨਾ। ਬਿਲਕੁਲ ਠੀਕ ਹੈ। ਮੈਂ ਹਮੇਸ਼ਾ ਕਹਿੰਦਾ ਜੀ ਕਿ ਸਾਰੀਆਂ ਭਾਸ਼ਾਵਾਂ ਚੰਗੀਆਂ ਨੇ, ਪੰਜਾਬੀ ਨਾਲ ਕਿਸੇ ਵੀ ਹੋਰ ਭਾਸ਼ਾ 'ਚ ਪੰਜਾਬੀ ਤੋਂ ਇਲਾਵਾ ਗੱਲ ਕਰੇਗਾ ਲੱਗੇਗਾ ਝੂਠ ਬੋਲਦਾ ਪਿਆ। ਦੇਖੋ ਪੰਜਾਬੀ ਜਦੋਂ ਉਰਦੂ ਬੋਲਦਾ ਹੈ ਨਾ ਤੇ ਲੱਗਦਾ ਹੀ ਝੂਠਾ ਹੈ। ਅੱਛਾ ਪਸ਼ਤੂਨ ਉਰਦੂ ਬੋਲੇ ਨਾ ਫੇਰ ਵੀ ਕੋਈ ਲੱਗਦਾ ਹੈ ਕਿ ਕੋਈ ਜ਼ੋਰਦਾਰ ਗੱਲ करे, कोई मजबूरी हो उन्हें कम्युनिकेट करना है, एक्सेंट होता है। वो हम ये करता है तुमको कर। ये सिंधी भी पंजाबी जेड़ा उर्दू बोलता है अल्लाह बचाए, खुदा दे बड़ा जुल्म कीता है। अच्छा ਇਹ ਸਾਰੀ ਸੂਰਤ ਵਾਲੀ ਜਿਹੜਾ ਸਾਡਾ ਹੈਰੀਟੇਜ ਦਾ ਮਸਲਾ ਸੀ, ਜਿਹੜੀ ਆਪਣੀ ਹੈਰੀਟੇਜ ਦੀ ਓਨਰਸ਼ਿਪ ਨਹੀਂ ਲੈਂਦੇ ਹੈਗੇ। ਸ਼ਾਇਦ ਇਹ ਹੀ ਵਜ੍ਹਾ ਹੈਗੀ ਹੈ ਕਿ ਪਾਕਿਸਤਾਨੀ ਪੰਜਾਬੀਆਂ ਨੇ ਖਾਸ ਤੌਰ 'ਤੇ ਆਪਣੀ ਓਨਰਸ਼ਿਪ ਨਹੀਂ ਲਿੱਤੀ। ਉਹ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਪਾਕਿਸਤਾਨੀ ਆ ਸਿਰਫ, ਜਾਂ ਅਸੀਂ ਮੁਸਲਮਾਨ ਆ, ਬਲਕਿ ਪਾਕਿਸਤਾਨੀ ਵੀ ਗੱਲ ਮੁੱਕ ਗਈ, ਮੁਸਲਮਾਨ ਹੈਗੇ ਆ। ਬਲੋਚ ਆਪਣੀ ਹੈਰੀਟੇਜ ਦੀ ਗੱਲ ਕਰਦੇ ਨੇ, ਉਹਨਾਂ ਨੂੰ ਮਾਰੋ। ਉਹ ਪਹਿਲੇ ਅਰਬ ਬਣਨ ਦੀ ਕੋਸ਼ਿਸ਼ ਕਰਦਾ। ਤੁਸੀਂ ਜੁਮੇ ਦੀ ਮਸਜਿਦ ਜਾਓ, ਸਾਰੇ ਪੰਜਾਬੀ ਅਰਬੀ ਲਿਬਾਸ ਪਾ ਕੇ ਜਾ ਰਹੇ ਹੁੰਦੇ ਨੇ। ਲੋਕੀ ਕਦੀ ਇਹਨਾਂ ਨੂੰ ਅਹਿਸਾਸ ਹੋ ਸਕੇਗਾ, ਖਾਸ ਤੌਰ ਤੇ ਜਿਹੜੇ ਪਾਕਿਸਤਾਨੀ ਪੰਜਾਬੀ ਜਿਹਦੇ ਚ ਮੁਮੀ ਆ, ਤੁਸੀਂ ਵੀ ਜੇ ਦੇਖੋ ਨਾ। ਮੈਂ ਤੇ ਡਾਇਲੈਕਟੀਕਲ ਮਟੀਰੀਅਲਿਜ਼ਮ ਵਿੱਚ ਬਿਲੀਵ ਕਰਨਾ, ਆਈ ਐਮ ਅ ਮਾਰਕਸਿਸਟ। ਇਹਦਾ ਤੁਸੀਂ ਮੇਜਰ ਨਹੀਂ ਕਰ ਸਕਦੇ ਕਿ ਵੈਨ ਦੀ ਵਾਟਰ ਵਿਲ ਬੋਇਲ, ਬਟ 98 ਡਿਗਰੀਜ਼ ਤੱਕ ਜਿਹੜਾ ਪਾਣੀ ਹੈ ਉਹ ਸਟੇਬਲ ਰਹਿੰਦਾ। ਉਹ 99 ਤੋਂ ਜਾ ਕੇ 100 ਤੇ ਆਉਂਦਾ ਨਾ ਤੇ ਫਟ ਪੈਂਦਾ। ਤੇ ਸਾਨੂੰ ਬੋਇਲਿੰਗ ਪੁਆਇੰਟ ਦਾ ਨਹੀਂ ਪਤਾ। ਇੱਕ ਦਿਨ ਆਏਗਾ ਕਿ ਭਾਵਲਪੁਰ ਜਿਹੜਾ ਸਟੇਟ ਸੀ ਉਹ ਕਹੇਗਾ ਕਿ ਸਾਨੂੰ ਕਿੱਥੇ ਫਸਾਤਾ। ਚੰਗਾ ਭਲਾ ਸਾਡੀ ਕਰੰਸੀ, ਸਾਡੀ ਜ਼ਬਾਨ, ਸਾਡੀ ਯੂਨੀਵਰਸਿਟੀ, ਸਾਡੇ ਹਸਪਤਾਲ, ਪ੍ਰਿੰਟਿੰਗ ਪ੍ਰੈਸ, ਸਭ ਕੁਝ ਉਹ ਸਰੇਕੀ ਨਹੀਂ ਬੋਲਣ ਦਿੰਦੇ ਉੱਥੇ। ਮੁਲਤਾਨ ਵਾਲਾ ਕਦ ਤੱਕ ਐਕਟਿੰਗ ਕਰੇਗਾ? ਖਾਨੇਵਾਲ, ਇਹ ਪੂਰਾ ਇਲਾਕਾ ਜਿਹੜਾ ਇੰਡਸ ਦੇ ਨਾਲ ਹੈ, ਜਿੱਧਰ ਵੀ ਜਾ, ਮੈਂ ਤਾਂ ਲਈਆ ਜਾ ਕੇ ਰਿਹਾ ਕੁਝ 3-4 ਮਹੀਨੇ ਐਗਜ਼ਾਈਲ ਵਿੱਚ। 68 ਦੀ ਗੱਲ ਹੈ, ਪੁਲਿਸ ਨੇ ਫੜ ਕੇ ਸੁੱਟ ਦਿੱਤਾ ਸੀ। ਉਹ ਇਟ ਵਾਸ ਸਚ ਅ ਪਲੇਜ਼ਰ ਟਾਕਿੰਗ ਟੂ ਪੀਪਲ ਬਿਕੋਜ਼ ਇਨ ਦੈਟ ਟਾਊਨ ਨੋਬਡੀ ਨਿਊ ਉਰਦੂ। ਤਾਂ ਉਹ ਕਹਿੰਦੇ ਨੇ ਉਰਦੂ ਅੰਕਲ, ਉਹ ਮੈਨੂੰ ਇੰਟਰੋਡਿਊਸ ਕਰਦੇ, ਉਰਦੂ ਅੰਕਲ ਆਏ ਕਰਾਚੀ ਸੇ। ਤੁਸੀਂ ਵੀ ਪੰਜਾਬ ਕਸੂਰ ਤੋਂ ਜੰਮ ਪਲ, ਲੇਕਿਨ ਤੁਹਾਡਾ ਵੀ ਜਿਹੜਾ ਅੱਗੇ ਸਰ ਪੰਜਾਬੀ ਸਿੱਖੀ ਜੇਲ੍ਹ ਬਲੋਚਿਸਤਾਨ ਵਿੱਚ। ਹਾਂ, ਮੈਂ ਕਰਾਚੀ, ਮੇਰੀ ਮਾਂ ਜਿਹੜੀ ਮੇਰੇ ਨਾਲ ਪੰਜਾਬੀ ਬੋਲਦੀ ਸੀ, ਮੇਰੇ ਅੱਬਾ ਨੂੰ ਗਾਲਾਂ ਕੱਢਦੀ ਸੀ ਪੰਜਾਬੀ ਵਿੱਚ, ਅੱਬਾ ਸਾਡੇ ਨਾਲ ਕਰਦਾ ਸੀ ਗੱਲ ਅੰਗਰੇਜ਼ੀ ਵਿੱਚ। ਤੇ ਅਸੀਂ ਆਪਣੀ ਮਾਂ ਨੂੰ ਸਾਡੀ ਹਿੰਮਤ ਨਹੀਂ ਹੁੰਦੀ ਸੀ ਕਿ ਅਸੀਂ ਜਵਾਬ ਪੰਜਾਬੀ ਉਹਨਾਂ ਨੂੰ ਕੁਝ ਕਹੀਏ। The entire life she spoke to me in Punjabi and I had to reply to her in Urdu because उन्होंने क्या ਤੁਹਾਨੂੰ ਇੰਗਲਿਸ਼ ਮੀਡੀਅਮ ਸਕੂਲ ਭੇਜਨੇ ਆ, ਕਿਉਂ ਮਾਂ ਪਿਓ ਦੀ ਇੱਜ਼ਤ ਖਰਾਬ ਕਰਦੇ ਹੋ ਪੰਜਾਬੀ ਦੀ ਗੱਲ ਕਰਕੇ? ਲੁੱਕ ਐਟ ਦੀ ਟ੍ਰੈਜੇਡੀ। ਤੇ ਅਸੀਂ ਹਰ ਸਾਲ ਲਾਹੌਰ ਜਾਂਦੇ ਸਾਂ ਆਪਣੇ ਕਜ਼ਨਸ ਦੇ ਨਾਲ, and we would be outsiders. By the time we were 16-17, I had no connection. ਫਿਰ ਉਹ ਜਦੋਂ ਮੱਛ ਜੇਲ੍ਹ ਵਿੱਚ ਗਏ ਤਾਂ ਉੱਥੇ 4 ਵਾਰਡ ਸਨ, ਤੇ ਉਹ ਸੁਪਰਿੰਟੈਂਡੈਂਟ ਨੇ ਕਿਹਾ ਕਿ ਸਿੰਧੀ ਵਿੱਚ ਉਹਨੇ ਕਿਹਾ ਕਿ ਇੱਕ ਸਿੰਧੀ ਵਾਰਡ ਸੀ, ਇੱਕ ਪਸ਼ਤੂਨ ਵਾਰਡ, ਤੇ ਆਪਣਾ ਪੰਜਾਬੀ ਤੇ ਬਲੋਚ। ਮੈਂ ਕਿਹਾ ਉਰਦੂ। ਮੇਰੇ ਨਾਲ ਆਪਣੇ ਇੰਤਜ਼ਾਰ ਸੈਦੀ ਸਾਹਿਬ ਵੀ ਸਨ। ਉਹ ਜਿੰਨੇ ਲੋਕੀ ਬੈਠੇ ਸਨ ਹੱਸਣ ਲੱਗ ਪਏ। ਉਰਦੂ ਵਾਰਡ ਕੀ ਹੁੰਦਾ ਹੈ? ਕਿਉਂਕਿ ਉਰਦੂ ਵਿੱਚ ਕੋਈ ਕਤਲ ਨਹੀਂ ਕਰਦਾ ਸੀ, ਉਰਦੂ ਵਿੱਚ ਕੋਈ ਪ੍ਰਿਜ਼ਨਰ ਨਹੀਂ ਹੁੰਦਾ ਸੀ। ਓਨੈਸਟ ਟੂ ਗੋਡ, ਮੈਂ ਕਰਾਚੀ ਜੇਲ੍ਹ ਵੀ ਕੱਟੀ,
ਇਹ ਮਹਾਜਰ ਉਰਦੂ ਕਲਾਸ ਜਿਹੜੀ ਸੀ ਨਾ ਉਹ ਸੁਪੀਰੀਅਰ ਸੀ, ਇਹਨਾਂ ਦੇ ਸਾਰੇ ਕਨੈਕਸ਼ਨ ਹੁੰਦੇ ਸਨ, ਡਿਪਟੀ ਕਮਿਸ਼ਨਰ ਇਹਨਾਂ ਦੇ, ਪੁਲਿਸ ਚੀਫ ਇਹਨਾਂ ਦਾ, ਸਾਰਾ ਕੁਝ, ਉਹ ਫੜੇ ਨਹੀਂ ਜਾਂਦੇ ਸਨ ਔਰ ਦੂਜੇ ਦਿਨ ਨਿਕਲ ਜਾਂਦੇ ਸਨ। ਸੋ they put us in Punjabi ward. That is where I had to speak only in Punjabi because ਉੱਥੇ life criminals ਸਨ, lifetime ਨਹੀਂ ਹੁੰਦੀ ਕਤਲ ਕਰਨ ਦੇ ਬਾਅਦ, ਜੇ ਨਿਕਲਣ ਦਾ ਰਸਤਾ ਹੀ ਕੋਈ ਨਹੀਂ, ਉਹਨਾਂ ਦੇ ਨਾਲ ਖਾਣਾ ਪੀਣਾ ਸਾਰਾ, ਤੇ that's where I picked up Punjabi. So you can imagine ਕਿ ਜਿਹੜੀ ਸੁਸਾਇਟੀ ਇੰਨਾ ਆਪਣਾ ਜਿਹੜੀ ਨਾਰਮਲ ਲਿਵਿੰਗ ਨੂੰ ਕ੍ਰਸ਼ ਕਰੇ ਕਿ ਤੁਸੀਂ ਆਪਣੇ ਮਾਂ ਪਿਓ ਦੇ ਨਾਲ, ਆਪਣੇ ਭੈਣ ਭਰਾਵਾਂ ਦੇ ਨਾਲ you cannot speak. My sister cannot speak. The sister ਜਿਹੜੀ ਕਰਾਚੀ, not one word. ਮੇਰੀ ਦੂਜੀ ਸਿਸਟਰ ਜਿਹੜੀ ਹਾਲੈਂਡ ਵਿੱਚ ਹੈ ਉਹ ਫਲੂਐਂਟ ਬੋਲਦੀ because she worked in KLM ਤੇ you know ਬਾਕੀ ਪੰਜਾਬੀਆਂ ਦੇ ਨਾਲ। It's unbelievable. ਮੈਂ ਦੱਸਾਂ ਕਿ how we have been destroyed. ਰਾਈਟ ਸਰ, ਮੇਰੇ 4 ਬੜੇ ਹੀ ਸੁੱਚੇ ਦੋਸਤ ਨੇ। ਇੱਕ ਦਾ ਨਾਂ ਹੈ ਪੀਟਰ ਪੱਟੀ, ਅੱਛਾ, ਕ੍ਰਿਸਚਨ ਦੇ। ਜੀ ਜੀ। ਇੱਕ ਮੇਰੇ ਫਰੈਂਡ ਦਿਲਜੀਤ ਪੱਟੀ, ਜੀ ਜੀ, ਉਹ ਆਪਣਾ ਆਫ ਕੋਰਸ ਸਿੱਖ ਨੇ। Yeah, ਅਨਵਰ yeah. ਪੱਟੀ ਮੁਸਲਮਾਨ ਨੇ। ਪੱਟੀ, ਅੱਛਾ, ਇੱਕ ਹੈਗੇ ਨੇ ਮਹਿੰਦਰ ਪੱਟੀ ਹਿੰਦੂ। ਹਾਂ, ਮੈਂ ਕਿਹਾ ਹਾਂ, ਸਾਰਿਆਂ ਦਾ ਲਾਸਟ ਨੇਮ ਪੱਟੀ ਹੈ ਹਾਂ। ਔਰ ਧਰਮ ਵੱਖਰੇ ਵੱਖਰੇ ਨੇ। ਜਦੋਂ ਅਸੀਂ ਆਪਸ ਹੀ ਬਹਿੰਦੇ ਆ, ਮੈਂ ਪੱਟੀ ਨਹੀਂ ਮੇਰਾ ਲਾਸਟ ਨੇਮ, ਮੈਂ ਆਪਣੇ ਆਪ ਨੂੰ ਮਜ਼ਾਕ ਨਾ ਕਰਨੇ, ਮੈਂ ਤੁੱਲਾ ਪੱਟੀ ਹੋ ਗਿਆ ਫਿਰ। ਤੇ ਮੈਨੂੰ ਉਹ ਜਨਾਬ ਕੀ ਪਰਸਨੈਲਿਟੀ ਤੁਸੀਂ ਨਾ, ਦੁੱਲਾ ਪੱਟੀ ਦੀ ਸਟੋਰੀ ਕਿਸੇ ਪਾਕਿਸਤਾਨ ਨੂੰ ਨਹੀਂ ਪਤਾ। ਬਿਲਕੁਲ। ਤੇ ਉਹ ਮੈਂ ਉਹਨਾਂ ਨੂੰ ਕਹਿੰਦਾ ਕਿ ਸਾਡੇ 'ਚ ਤਾਂ ਕੋਈ ਚੀਜ਼ ਵੀ ਐਸੀ ਹੈ ਹੀ ਨਹੀਂ ਜਿਹੜੀ ਇੱਕ ਦੂਜੇ ਨਾਲ ਜੁਦਾ ਕਰੇ। ਅਸੀਂ ਤਾਂ ਘੰਟੋਂ ਬਹਿ ਕੇ ਗੱਲਾਂ ਕਰਨੇ। ਕੋਈ ਮੁਸਲਮਾਨ ਮੈਨੂੰ ਮਿਲੇਗਾ, ਮੈਂ ਕਹਾਂਗਾ ਬ੍ਰਦਰ ਹਾਊ ਆਰ ਯੂ, ਉਹ ਮੈਨੂੰ ਕਹੇਗਾ ਬ੍ਰਦਰ ਹਾਊ ਆਰ ਯੂ, ਸਾਡੀ ਗੱਲ ਖਤਮ ਹੋ ਜਾਏਗੀ, ਮੁੱਕ ਜਾਏਗੀ ਗੱਲ। ਅਸਲਾਮ ਅਲੈਕੁਮ ਕਹਿੰਦੇ ਕਿਆ ਬਾਤ। ਕਦੀ ਕਿਸੇ ਪੰਜਾਬੀ ਨੇ ਇੱਕ ਦੂਜੇ ਨੂੰ ਨਹੀਂ ਕਿਹਾ ਹੋਗਾ ਅਸਲਾਮ ਅਲੈਕੁਮ, ਤੇ ਕੀ ਹਾਲ ਹੈ ਭਾਈ, ਇੰਜੀ ਬਿਲਕੁਲ ਇੰਜੀ ਰਾਈਟ ਆ। ਮੈਂ ਇਟ ਇਜ਼ ਅ ਡਿਫਰੈਂਟ ਵਰਲਡ। ਜਿਸ ਦਿਨ ਇਹ ਫਟੇਗਾ ਨਾ ਤੇ ਸਾਡੇ ਕਰਾਚੀ ਦੇ MQM ਵਾਲੇ ਨੂੰ ਪਤਾ ਚੱਲੇਗਾ ਕੀ ਇਹ ਕਿੱਥੋਂ ਜ਼ਬਾਨ ਆ ਗਈ। ਨਹੀਂ, ਉਹ ਤਾਂ ਵਿਚਾਰੇ MQM ਵਾਲੇ ਤਾਂ ਆਪ ਫਸ ਗਏ ਨੇ ਉੱਥੇ ਆ ਕੇ। ਹੁਣ ਮੇਮਨ ਜਿਹੜਾ ਹੈ ਜੀ, ਜਿਹੜਾ ਕਰਾਚੀ ਦਾ ਓਰੀਜਨਲ ਰੈਜ਼ੀਡੈਂਟ ਹੈ, ਜਿਹਦੀ ਮਾਦਰੀ ਜ਼ਬਾਨ ਮੇਮਨੀ ਹੈ, ਉਹ MQM ਵਿੱਚ ਬੈਠਾ ਹੈ, ਆਪਣੇ ਆਪ ਨੂੰ ਮਹਾਜਰ ਕਹਿੰਦਾ। ਕਿਉਂ ਕਿ ਮੇਮਨੀ ਜ਼ਬਾਨ ਤੇ ਗੁਜਰਾਤੀ ਜ਼ਬਾਨ ਨੂੰ ਇੰਨਾ ਗਟਰ ਵਿੱਚ ਪਾਇਆ ਪਾਕਿਸਤਾਨ ਵਿੱਚ ਕਿ ਜਿਨ੍ਹਾਂ ਦੀ ਮਾਦਰੀ ਜ਼ਬਾਨ ਗੁਜਰਾਤੀ ਮੇਮਨੀ, ਉਹ ਗੱਲ ਨਹੀਂ ਕਰਦੇ ਪਬਲਿਕ ਵਿੱਚ। ਲੋਕੀ ਕਹਿਣਗੇ ਕਿੱਥੋਂ ਆ ਗਿਆ ਬੰਦਾ, ਗੁਜਰਾਤੀ ਗੱਲ ਕਰਦਾ। ਤੁਸੀਂ MQM ਦੀ ਗੱਲ ਕੀਤੀ ਹੈ, ਤੇ ਹੁਣ ਤਾਂ MQM ਦਾ ਆਪਣਾ ਹਾਲ ਹੈ। ਅਲਤਾਫ ਹੁਸੈਨ ਸਾਹਿਬ ਬਾਰ-ਬਾਰ ਕਹਿੰਦੇ ਨੇ ਕਿ ਬਈ ਸਾਰਾ ਕਬਜ਼ਾ ਤਾਂ ਪੰਜਾਬੀਆਂ ਦਾ ਹੈਗਾ ਹੈ ਪੂਰੇ ਪਾਕਿਸਤਾਨ ਤੇ। ਉਹ ਕਹਿੰਦੇ ਨੇ ਪੰਜਾਬੀਆਂ ਦਾ। ਮੈਂ ਨਹੀਂ ਮੰਨਦਾ। ਅੱਛਾ, ਉਹ ਕੀ ਪੰਜਾਬੀ ਹੋਇਆ ਜਿਹੜੀ ਮੂੰਹ ਖੋਲਦਾ ਤੇ ਉਰਦੂ ਚ ਗੱਲ ਕਰਦਾ। ਐਸਟੈਬਲਿਸ਼ਮੈਂਟ ਹੈ ਤਾਂ ਪੰਜਾਬ ਦੀ ਨਾ ਜ਼ਿਆਦਾਤਰ ਤਾਂ। ਉਹ ਜੋ ਵੀ ਹੋਏ, ਇਹ ਪੰਜਾਬੀ ਨਹੀਂ ਹੈ, ਇਹ ਬੇਕਾਰ ਫालतू ਪੰਜਾਬੀ। ਦੀਸ ਆ ਯਾਨੀ ਉਹ ਨਹੀਂ ਜਿਹੜਾ ਸੈਕਿੰਡ ਹੈਂਡ ਲੰਡੇ ਬਾਜ਼ਾਰ ਵਿੱਚ ਨਹੀਂ ਮਿਲਦੇ ਪੰਜਾਬੀ, ਉਹ ਪੰਜਾਬੀ ਹੈ। ਸੈਕਿੰਡ ਹੈਂਡ ਕਲੋਥਿੰਗ ਸਟੋਰ ਦੇ ਅਮਰੀਕੀ ਫੌਜ ਦੇ ਕੱਪੜੇ ਆਉਂਦੇ ਸਨ, ਯਾਦ ਹੋਏਗਾ ਤੁਸੀਂ। ਅਸੀਂ ਬੜੇ ਸ਼ੌਕ ਦੇ ਨਾਲ 5 ਰੁਪਏ ਦਾ ਕੋਟ ਪਾ ਕੇ ਜਾਂਦੇ ਸੀ। ਕੋਈ GI ਜੋ ਨਹੀਂ ਸੀ, ਅਸੀਂ ਨਕਲੀ ਅਮਰੀਕੀ ਫੌਜੀ ਦੀ ਕੋਟ ਪਾਉਂਦੇ ਸਨ। ਇਹ ਬਿਲਕੁਲ ਉਹੀ ਕਲਾਸ ਹੈ। ਜਦ ਤੱਕ ਪੰਜਾਬ ਦੀ ਅਸੈਂਬਲੀ ਵਿੱਚ ਚੀਫ ਮਿਨਿਸਟਰ ਪੰਜਾਬੀ 'ਚ ਬਜਟ ਨਹੀਂ ਪ੍ਰੈਜ਼ੈਂਟ ਕਰੇਗਾ, they will continue to live the lives of donkeys, ਜਬ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈ ਕਿ ਉਹ ਹੈ ਕੌਣ। ਯਾਦ ਹੈ ਮੋਇਨ ਕੁਰੈਸ਼ੀ ਸਾਹਿਬ ਐਕਟਿੰਗ ਪ੍ਰਾਈਮ ਮਿਨਿਸਟਰ ਇੱਕ ਦਫਾ ਜਾਂ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਬਣੇ ਸਨ। ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਪੰਜਾਬੀ 'ਚ ਕੀਤੀ ਸੀ, ਜਿਹੜੇ ਮਹਿਮੂਦ ਅਲੀ ਕਸੂਰੀ ਦੇ ਭਾਣਜੇ ਵੀ ਨੇ। ਤੇ ਮੈਨੂੰ ਲੱਗਾ ਕਿ ਇਹ ਕੋਈ ਬਿਲਕੁਲ ਹੀ ਸੋਹਣੀ ਗੱਲ ਹੋ ਗਈ ਹੈ। ਉਹ ਤੁਸੀਂ ਮੌਲਾਨਾ ਦੀ ਨਹੀਂ ਦੇਖੀ, ਉਹ ਵਿਚਾਰੇ ਮੈਨੂੰ ਪਤਾ ਚੱਲਿਆ ਮਰ ਵੀ ਗਏ। ਮੈਂ ਪਹਿਲੀ ਵਾਰੀ ਖੁਤਬਾ ਪੰਜਾਬੀ 'ਚ ਸੁਣਿਆ। ਮੈਂ ਇੰਨਾ ਇਰਰਿਲੀਜੀਅਸ ਸੈਕੂਲਰ ਬੰਦਾ, ਫਿਰ ਬਹਿ ਕੇ ਨਾ ਮੈਨੂੰ ਇਸ ਤਰ੍ਹਾਂ ਕਰਦਾ ਸੀ ਕਿ ਬੰਦਾ ਕੰਮ ਦੀ ਗੱਲ ਕਰ ਰਿਹਾ। ਗੱਲ ਉਹੀ ਕਰ ਰਿਹਾ ਸੀ, ਰਾਈਟ, ਅਲੀ ਦੀ ਗੱਲ ਹੋ ਰਹੀ ਸੀ ਮੁਆਵੀਆ ਦੇ ਨਾਲ। ਆਈ ਸੈਟ ਫॉर ਹਾਫ ਐਨ ਆਵਰ ਟੂ ਲਿਸਨ ਟੂ ਹਿਮ। ਮੇਰੀ ਬੀਵੀ ਨੂੰ ਡਰ ਹੋ ਗਿਆ ਠੀਕ ਠਾਕ ਹੀ ਮੌਲਵੀ ਨਾ ਹੋ ਜਾਏ। ਮੈਂ ਕਹਿੰਦਾ ਪੰਜਾਬੀ ਜਿਹੜਾ ਹੈ ਮੌਲਵੀ ਨਹੀਂ ਹੋ ਸਕਦਾ, ਕਿਉਂਕਿ you got to take certain things non seriously. ਸਾਡੇ ਤੇ 5 ਮਿੰਟ ਦੇ ਬਾਅਦ ਕਿਸੇ ਨਾ ਕਿਸੇ ਨੂੰ ਗਾਲ ਕੱਢ ਕੇ ਥੱਲੇ ਲਾਣਾ ਸਾਡਾ ਕੰਮ ਹੁੰਦਾ। ਜਿਹੜਾ ਪੂਰਾ ਵੈਸਟ ਪੰਜਾਬ ਦਾ ਜਿਹੜਾ ਉਹ ਕਲਚਰ ਸੀ ਮਰਾਸੀਆਂ ਦਾ, ਜੋ ਇੰਡੀਆ 'ਚ ਨਹੀਂ ਹੈ,
देखो इमेजिन करो ਜਿਹਦਾ ਵਿਆਹ ਹੋਏ ਜਿਹਦੇ ਬੱਚਾ ਹੋਏ ਜੋ ਕੋਈ ਹੋ ਉਹ ਆ ਜਾਂਦੇ ਸਨ they would entertain you and we lost everything ਅੱਜ ਕੱਲ੍ਹ ਜਿਹੜੇ ਡਰਾਮੇ ਆਉਂਦੇ ਨੇ ਪਾਕਿਸਤਾਨੀ ਪੰਜਾਬੀ ਸਟੇਜ ਦੇ ਉਹ ਥੋੜੀ ਬਹੁਤ ਵਾਹਿਆਤ ਹੋ ਜਾਂਦੇ ਲੇਕਿਨ they are so funny why are they funny because they are in their own language ਹਰ ਟਾਈਮ ਨਮਾਜ਼ਾਂ ਦੀ ਗੱਲ ਤੇ ਨਹੀਂ ਕਰਦਾ ਨਾ ਕੋਈ ਸਰ ਮੈਨੂੰ ਯਾਦ ਆਉਂਦਾ ਕਿ ਪੰਜਾਬੀ ਦੇ ਵਿੱਚ ਅਸੀਂ ਜਿੱਥੇ ਬਹੁਤ ਕੁਝ ਖੋਇਆ ਉਹਦੇ ਨਾਲ ਨਾਲ ਅਸੀਂ ਦੇਖਿਆ ਕਿ ਪੰਜਾਬੀ ਨੂੰ ਇਸ ਵੇਲੇ ਸੰਭਾਲ ਕੇ ਅਗਰ ਰੱਖਿਆ ਤੇ ਉਹ ਸਿੱਖਾਂ ਨੇ ਰੱਖਿਆ ਅਸੀਂ ਮਤਲਬ Indian government sir by giving Punjabi official language status teaching as a teaching medium ਸਿੱਖਾਂ ਨੇ ਤੇ ਕੀਤਾ ਹੀ ਕੀਤਾ ਉਹਨਾਂ ਦਾ ਤੇ ਜੋ ਸਮਝੋ ਕਿ ਕੁਰਾਨੀ ਜਿਹੜੀ ਬੁੱਕ ਹੈ ਗੁਰੂ ਗ੍ਰੰਥ ਸਾਹਿਬ ਪੂਰੀ ਪੰਜਾਬੀ ਤੇ ਨਹੀਂ ਹੈ ਲੇਕਿਨ it is the source of their culture their language their values ਬਦਕਿਸਮਤੀ ਦੇ ਨਾਲ ਸਾਡਾ ਕੋਈ ਆਪਣੀ ਲੈਂਗੁਏਜ ਕੋਈ ਹੈ ਨਹੀਂ ਅਸੀਂ डिपेंड कर रहे हैं कि ओ भाई इब्ने कतीर ने क्या कहा था मियाँ वहां से पता करो वो भी सीरियन जड़ा वो महाजर बन के साडे नाल आंदा उर्दू च आंदा वो कभी इब्ने कतीर जड़ा है कसीर जड़ा है वो नहीं आंदा माविया बिल्कुल इस तरह लग रहा लखनऊ दे नवाब कोई आया ते असी हर चीज नू उर्दूआइज कीता इफ वी हैड पंजाबीआइज्ड आवर फेथ बुल्ले शाह दी टाइप तो we would have sailed through wonderfully यानी भुख भी लगे तद भी सानू हसना आंदा कार लुट जाए तदी भी जोक होंदा you know we are happy people by nature सानू खराब कर दिता है इंडिया तो जबान ले आके उर्दू साढ़े उत्ते पाई unnatural fit है ਸਿਰਫ ਅਸੀਂ ਜ਼ੁਬਾਨ ਦੀ ਵਜ੍ਹਾ ਨਾਲ ਖਰਾਬ ਹੋਏ ਹਾਂ ਖਾਸ ਤੌਰ 'ਤੇ ਜਿਹੜੇ ਅਸੀਂ ਪੰਜਾਬੀ ਹਾਂ ਪਾਕਿਸਤਾਨ ਦੀ ਸਾਈਡ ਤੋਂ ਤਾਲੁਕ ਰੱਖਣ ਵਾਲੇ ਜਾਂ ਸਾਡਾ ਇੱਕ ਮਾਈਂਡ ਸੈਟ ਜਿਹੜਾ ਉਹ ਚਲਾ ਗਿਆ ਦੋ ਕੌਮੀ ਨਜ਼ਰੀਏ ਤੋਂ ਬਾਅਦ ਕਿ ਅਸੀਂ ਵੱਖਰੇ ਹਾਂ ਵਧੀਆ ਹਾਂ ਬਾਕੀ ਸਾਰੇ ਕਾਫਰ ਨੇ ਇਹ ਵਜ੍ਹਾ ਜਾਂ ਸਿਰਫ ਭਾਸ਼ਾ ਦੀ ਵਜ੍ਹਾ ਹੈ ਨਾ ਸਰ ਉਹ ਨਹੀਂ ਪਹਿਲੇ ਤੁਸੀਂ 30 ਲੱਖ ਬੰਦੇ ਮਾਰੇ 1971 ਵਿੱਚ ਪੂਰੀ ਆਰਮੀ ਤੇ ਪੰਜਾਬੀ ਸੀ ਨਾ ਮੈਨੂੰ ਪਠਾਨ ਸੋਲਜਰਸ ਮਿਲੇ ਨੇ ਪਸ਼ਤੂਨ ਜਿਹੜੇ ਚਿਟਗੋਂਗ ਸਾਈਡ ਤੇ ਸਨ ਉਹਨੇ ਇੱਧਰ ਕੈਨੇਡਾ ਉਹਨੇ ਕਿਹਾ ਅਸੀਂ ਸਰਾਂ ਦੇ ਉੱਤੇ ਫਾਇਰ ਕਰਦੇ ਸਾਂ ਕਿ ਬੱਚਾ ਮਰ ਨਾ ਜਾਏ 16-17 साल ਦਾ ਕਹਿੰਦੇ आपका जो पंजाबी होता था वो कहता था इसको पहले को मारो हिंदू है सर पे मारता था ਤੇ ਸਾਡੀ ਜਿਹੜੀ ਫੇਕ ਮਾਚੂਨਿਸ ਹੈ 30 ਲੱਖ ਬੰਦਾ ਮਾਰ ਕੇ ਤੇ ਕਈ ਜਨਰੇਸ਼ਨ ਅਸੀਂ ਉਧਾਰ ਦੇਣਾ ਜਿਹੜਾ ਲਾਹੌਰ ਵਿੱਚ ਸਲੌਟਰ ਕੀਤਾ ਅਸੀਂ ਹਿੰਦੂਆਂ ਨੂੰ ਸੱਚੀ ਇਹ ਮੁਮਕਿਨ ਹੈ ਕਿ ਰਾਮ ਦੇ ਸ਼ਹਿਰ ਬੇਟੇ ਦੇ ਸ਼ਹਿਰ ਦੇ ਅੰਦਰ ਹਿੰਦੂ ਨੂੰ ਜ਼ੀਰੋ ਕਰ ਦਿਓ ਹਾਊ ਇਜ਼ ਇਟ ਪੋਸੀਬਲ ਅਸੀਂ ਕੀ ਕਰਨੇ ਆ 1965 ਦੀ ਜੰਗ ਵਿੱਚ ਤੁਹਾਨੂੰ ਪਤਾ ਹੋਏਗਾ ਕਸੂਰ ਵਿੱਚ ਕਾਫੀ ਬੜੀ ਕ੍ਰਿਸਚੀਅਨ ਪਾਪੂਲੇਸ਼ਨ ਸੀ ਉਹਨਾਂ ਤੇ ਇਲਜ਼ਾਮ ਲਾਇਆ ਕਿ ਤੁਸੀਂ ਸਾਰੇ ਇੰਡੀਆ ਦੇ ਏਜੰਟ ਹੋ they cleaned out the entire Christian population of Kasur ਕੋਈ ਗੱਲ ਹੀ ਨਹੀਂ ਕਰਦਾ ਸਰ ਤੇ ਕਿਸ ਦੀ ਆਹ ਲੱਗੇਗੀ ਤੁਹਾਨੂੰ ਆਸੀਆ ਨੂੰ ਫੜ ਕੇ ਅੰਦਰ ਬੈਠੇ ਕੀ ਜ਼ੁਲਮ ਨਹੀਂ ਕੀਤਾ ਅਸੀਂ ਪਠਾਨ ਨੌਜਵਾਨ ਲੜਕਿਆਂ ਨੂੰ ਮਾਰਤਾ ਉਹ ਰਾਓ ਨੇ ਕਿਹਨੂੰ ਕਿਡਨੈਪ ਨਹੀਂ ਕਰ ਰਹੇ ਤੁਸੀਂ ਪੰਜਾਬ ਦੀ ਫੌਜ ਜਾ ਕੇ ਬਲੋਚਿਸਤਾਨ 50,000 ਬੰਦਾ ਮਾਰ ਚੁੱਕੇ ਹੋ ਅਜੇ ਤੱਕ ਖੁਦਾ ਦਾ ਖੌਫ ਕਰੋ ਲੁੱਟ ਰਹੇ ਹੋ ਪੂਰੇ ਮੁਲਕ ਨੂੰ ਤੇ ਫਿਰ ਜਿਹੜੇ ਐਜੂਕੇਟਡ ਨੇ ਪੰਜਾਬੀ ਉਹ ਤੇ ਹੋਰ ਖਰਾਬ ਨੇ ਉਹ ਕਹਿੰਦੇ ਪਾਕਿस्तान को हमें ठीक करना चाहिए और की ठीक करोगे once you believe in Jinnah two nation theory you cannot correct anything you first have to say कि भाई इंसान सारे बराबर ने पंजाबी सब बराबर ने सिंधी सारे एक ने चाहे हिंदू सिख होए या मुसलमान सिख होए ਇਹ ਜਦ ਤੱਕ ਬਲੋਚਾਂ ਦੇ ਜੋ ਉਹਨਾਂ ਨੇ ਨਾਨੀ ਦਾ ਮੰਦਰ ਕਹਿੰਦੇ ਨੇ ਉਹਨੂੰ ਹਿਲਾਜ
ਜਿਹੜਾ ਸ਼ਿਕਾਰਪੁਰ ਦੇ ਵਿੱਚ ਹੈਗਾ? ਨਾ ਬਲੂਚਿਸਤਾਨ ਵਿੱਚ ਜਿਹੜਾ ਹਿੰਦੂ ਉਹ ਬਹੁਤ ਬੜਾ ਫੈਸਟੀਵਲ ਹੈ। ਜੀ ਹਾਂ, ਮੈਂ ਵੀ ਮਿਸ ਕਰ ਰਿਹਾ। ਹਿੰਗਲਾਜ ਮਾਤਾ ਉਹ ਤੇ ਮੁਸਲਮਾਨਾਂ ਨੇ ਸਾਂਭ ਕੇ ਰੱਖਿਆ ਨਾ। ਅਗਰ ਪੰਜਾਬੀਆਂ ਮੁਸਲਮਾਨਾਂ ਦੇ ਹੱਥ 'ਚ ਹੁੰਦਾ ਸੀ ਕੀ ਕਰਦੇ? ਬਲਰਾਜ ਸਾਹਨੀ ਦੇ ਘਰ ਨੂੰ ਅਸੀਂ ਲੁੱਟ ਕੇ ਇੱਧਰ ਦੁਕਾਨ ਬਣਾਤੀ। ਉਹ ਆ ਕੇ ਉਹਨੇ ਵੇਖਿਆ there is nothing left of all these people। ਕਿਸੇ ਨੂੰ ਪਤਾ ਹੀ ਨਹੀਂ ਮੁਹੰਮਦ ਰਫੀ ਲਾਹੌਰ 'ਚ ਕਿੱਥੇ ਰਹਿੰਦਾ ਸੀ। ਉਹ ਹਿੰਦੂਆਂ ਨੂੰ ਛੱਡੋ, ਮੁਸਲਮਾਨ ਦਾ ਮਾਲ ਖਾ ਗਏ ਸਾਰੇ ਲੁੱਟ ਕੇ। ਤੇ ਫਿਰ ਹਰ ਇੱਕ ਦਾ ਕਲੇਮ, ਹਰ ਇੱਕ ਦੀ डिग्री इंडिया से जरा आया उन्होंने कहा मेरी डिग्री मर गई रास्ते में, उसके अंदर पार्टीशन में डिग्री गिर गई। उन्हें 5 बंदे सन और सर्टिफाई करते सन और डिग्री मिल जाती थी। मदर लैंग्वेज साड़ी बैन हो गई, नौकरियां सिर्फ उर्दू बोलने वालों ने मिलती सन गवर्नमेंट। हुण की करोगे तुसीं? देखो सर, ਜਦੋਂ ਅਸੀਂ ਪੰਜਾਬੀਅਤ ਦੀ ਗੱਲ ਕਰਨੇ ਆ ਤੇ ਸਿੱਖਾਂ ਦਾ ਇੱਕ ਆਪਣਾ ਪੰਜਾਬੀ ਕਲਚਰ ਦਾ ਅੰਦਾਜ਼ ਹੈ, ਥੋੜਾ ਡਿਫਰੈਂਟ ਹੈਗਾ। ਹਟਦਾ ਵੀ ਜਾ ਰਿਹਾ ਸਰ, ਹਟਦਾ ਵੀ ਜਾ ਰਿਹਾ। ਠੀਕ, ਲੇਕਿਨ ਮੈਂ ਜੇ ਦੇਖਿਆ ਕਿ ਜਿਹੜੇ ਖਾਸ ਤੌਰ 'ਤੇ ਪਾਕਿਸਤਾਨੀ ਜਿਹੜੇ ਕ੍ਰਿਸਚਨਸ ਨੇ ਉਹ ਬੜੇ ਡਾਊਨ ਟੂ ਅਰਥ ਨੇ, ਸਨਸ ਐਂਡ ਡਾਟਰਸ ਆਫ ਦ ਸੋਲ। ਯੈਸ ਐਬਸੋਲੂਟਲੀ। ਮਤਲਬ ਉਹਨਾਂ ਦੀ ਅਨਡਾਇਲੂਟਡ ਪੰਜਾਬੀ, ਅਨਡਾਇਲੂਟਡ। ਇਸੇ ਤਰ੍ਹਾਂ ਕਿ ਮੈਂ, ਤੁਸੀਂ ਵੀ ਇੰਡੀਆ ਤੇ ਪੰਜਾਬ ਗਏ ਜੇ, ਮੈਂ ਵੀ ਜਾਣਾ ਹੈਗਾ, ਔਰ ਉੱਥੇ ਮੈਂ ਦੇਖਣਾ ਖਾਸ ਤੌਰ 'ਤੇ ਜਿਹੜੀ ਹਿੰਦੂ ਕਮਿਊਨਿਟੀ, ਅਕਸ਼ੇ ਕੁਮਾਰ ਦੀ ਫੈਮਿਲੀ ਹੋਵੇ, ਪਾਠੀ ਹੋਵਣ, ਵਰਮਾ ਹੋਵਣ, ਉਹਨਾਂ ਦੀ ਇੰਨੀ, ਉਹਨਾਂ ਦੇ ਬੱਚੇ ਬੱਚੀਆਂ ਯੰਗ ਔਰ ਯੂਨੀਵਰਸਿਟੀਆਂ ਦੇ ਪੜ੍ਹੇ ਹੋਏ, ਪਰ ਐਡੀ ਸੋਹਣੀ ਔਰ ਨਵੇਕਲੀ ਪੰਜਾਬੀ ਬੋਲਦੇ ਨੇ। ਯੂ ਫੀਲ ਇਟ ਇਜ਼ ਸਰਪ੍ਰਾਈਜ਼ਿੰਗ। ਮੈਂ ਸੱਚ ਕਹਿ ਰਿਹਾ, ਅਸੀਂ ਵੀ ਬ੍ਰੇਨ ਵਾਸ਼ ਹੋ ਗਏ ਕਿ ਇਹ ਜ਼ਬਾਨ ਦੀ ਕੀ ਪੋਜੀਸ਼ਨ ਹੈ। So when somebody speaks fluently, you look at it ਕਿ यानी we are brainwashed into believing ਕਿ ਇਹ ਚੂੜੀਆਂ ਦੀ ਜ਼ਬਾਨ ਹੈ। That's it। ਇਹ ਲਫ਼ਜ਼ ਚੂੜਾ ਵੀ ਤਾਂ ਬੜਾ ਪੈੜਾ ਲਫ਼ਜ਼ ਹੈ ਨਾ। I am using it with that quote unquote। I understand ਜਿਵੇਂ ਕਾਫਰ ਇੱਕ ਪੈੜਾ ਵਰਡ ਹੈ, ਉਵੇਂ ਹੀ ਦੇਖੋ ਮੇਰੀ ਗੱਲ ਸੁਣੋ, ਇਹ ਤਾਂ ਬੈਨ ਹੋਣੇ ਚਾਹੀਦੇ ਨੇ ਇਹੋ ਜਿਹੇ ਵਰਡ। ਵੈਸੇ ਕਰਾਚੀ ਵਿੱਚ ਸਾਰੇ ਹਿੰਦੂਆਂ ਨੂੰ ਕੱਟਤਾ, ਲੇਕਿਨ ਜਿਹੜੀ ਹਿੰਦੂ ਕਮਿਊਨਿਟੀ ਟਾਇਲਟ ਸਾਫ਼ ਕਰਦੀ ਸੀ, ਉਹਨਾਂ ਨੂੰ ਕਿਹਾ ਤੁਸੀਂ ਨਾ ਜਾਓ ਕਿਉਂਕਿ ਤੁਸੀਂ ਤੇ ਸਾਡੇ ਟਾਇਲਟ ਸਾਫ਼ ਕਰਨੇ। ਵੀ ਆਰ ਇਨਹਿਊਮਨ ਇਨ ਦੈਟ ਰਿਸਪੈਕਟ। ਸੋਚੋ ਤੁਸੀਂ ਕਿ ਕਰਾਚੀ being a Hindu majority city became Pakistan and 1952 ਤੱਕ ਐਕਸਪਲਸ਼ਨਸ ਹੋਈਆਂ ਨੇ ਇੱਥੇ। ਐਜ਼ ਅ ਮੇਅਰ ਕੈਥਲਿਕ ਸੀ ਕਰਾਚੀ ਦਾ ਮੇਅਰ। ਮੈਂ ਕਰਾਚੀ ਦੀ ਪੰਜਾਬੀ ਹਿੰਦੂ ਫੈਮਿਲੀ ਤੋਂ ਮਿਲਿਆ ਜਿਹੜੇ ਦਿੱਲੀ ਸਨ, ਉਹਨਾਂ ਦੀ ਵਫਾਤ ਹੋ ਗਈ ਹੁਣ। I met him in 2014। ਉਹ I was shocked, ਕਹਿੰਦੇ ਮੈਂ ਪਹਿਲੀ ਵਾਰੀ ਕਿਸੇ ਨੂੰ ਮਿਲਿਆ ਕਰਾਚੀ ਤੋਂ ਜਿਹੜਾ ਪੰਜਾਬੀ ਹੈ, ਕਿਉਂਕਿ ਜਿਹੜਾ ਕਰਾਚੀ ਦਾ ਬੰਦਾ ਇੰਡੀਆ ਜਾਂਦਾ ਹੈ ਨਾ, ਉਹ ਯੂਪੀ ਦੀ ਗੱਲ ਕਰਦਾ। ਤੇ he used to live near Soldier Bazaar, ਤੇ ਉਹਨੂੰ ਟਰਾਮ ਪੱਟੇ ਦਾ ਪਤਾ। He was 92 at that time and it was a beautiful city। ਤੁਸੀਂ ਉਹਦਾ ਕੈਰੈਕਟਰ ਬਦਲਤਾ। You made everyone illiterate overnight। ਨੁਕਸਾਨ ਤੇ ਹੋਏਗਾ ਨਾ ਸਰ। ਦੇਖੋ ਸਰ, ਤੁਹਾਡੇ ਔਰ ਮੇਰੇ ਆਬਾਈ ਸ਼ਹਿਰ ਕਸੂਰ ਤੋਂ ਉੱਥੇ ਫੈਮਲੀਆਂ ਦੇ ਲਾਸਟ ਨੇਮ ਨਰੂਲਾ, ਚਾਵਲਾ। ਬਿਲਕੁਲ ਠੀਕ ਹੈ ਨਾ। ਅੰਦਾਜ਼ਾ ਨਹੀਂ ਸੀ ਉਸ ਟਾਈਮ ਤੇ ਕਿ ਕੀ ਹੁੰਦਾ ਹੈ ਨਾ, ਕਿ ਇਹਦਾ ਮਤਲਬ ਕੀ ਹੈ। ਲੋਕਾਂ ਨੂੰ ਅਜੇ ਵੀ ਚੌਹਾਨ ਨਾ ਹੋ ਕੇ ਕਹਿੰਦੇ ਨਾ ਚੌਹਾਨ ਅਰਾਈ ਬਰਾਦਰੀ। What does it mean, you stupid idiots? ਕਦੀ ਤੇ ਕਿਤਾਬ ਖੋਲ ਕੇ ਪੜ੍ਹ ਲਓ। ਸਿਰਫ ਕੰਪਿਊਟਰ ਦੀ ਕਿਤਾਬਾਂ ਪੜ੍ਹਦੇ ਨੇ ਕਿ ਅਗਲਾ ਐਗਜ਼ਾਮ ਕਿੱਥੇ ਦੇਣਾ ਹੈ। ਨੋਬਡੀ। ਇੱਕ ਇੱਥੇ ਆਪਣੇ ਹੁੰਦੇ ਸਨ ਪੁਲਿਸ ਕਮਿਸ਼ਨਰ, ਆਪਣੇ ਸਿੱਖ ਸਨ, ਉਹ ਮੈਂ ਨਾ ਭੁੱਲ ਰਿਹਾ, ਲੇਕਿਨ ਉਹ ਲਾਹੌਰ ਗਏ। ਕਹਿੰਦੇ ਸਰ ਜੀ ਜਿਹੜਾ ਹੋਸਟ ਸੀ ਨਾ, ਉਹਨੂੰ ਮੈਂ ਦੱਸ ਰਿਹਾ ਸੀ ਕਿ ਲਾਹੌਰ ਕੀ ਹੈ। The man didn't know ਕਿ ਲਾਹੌਰ ਦੇ ਅੰਦਰ ਆਇਰਨ ਪਿਲਰ ਹੈ। And one of the oldest iron alloy pillar in the world or in India is in Lahore। ਕਿਸੇ ਨੂੰ ਨਹੀਂ ਪਤਾ ਸੀ। ਪੁਰਾਣਾ ਜਿਹੜਾ ਸ਼ਹਿਰ ਹੈ ਉਹਦੀ ਦੀਵਾਰਾਂ ਨੇ, ਕਿਸੇ ਨੂੰ ਆਈਡੀਆ ਨਹੀਂ। ਓਲਡ ਸਿਟੀ ਦੇ ਅੰਦਰ ਮਾਰਕੀਟਸ ਬਣ ਗਈਆਂ ਨੇ। बताओ, हमारा लाहौर ओल्ड सिटी के अंदर कौन सा डिपो है, होम डिपो टाइप के स्टोर बन रहे हैं।
ਲੇਕਿਨ ਸਰ ਇਹ ਜਿਹੜੀ ਹੁਣ 2-3 ਨਸਲਾਂ ਆ ਗਈਆਂ ਨੇ ਖਾਸ ਤੌਰ 'ਤੇ ਪਾਕਿਸਤਾਨ ਦੇ ਪੰਜਾਬ ਵਿੱਚ ਜਿਹੜੀ ਪੰਜਾਬੀਅਤ ਤੋਂ ਅਸਲ ਵਿੱਚ ਦੂਰ ਹੋ ਗਈਆਂ ਨੇ, ਖਾਸ ਤੌਰ 'ਤੇ ਨਸਲਾਂ ਅਰਬਨ ਸ਼ਹਿਰਾਂ ਦੀ, ਪਿੰਡਾਂ 'ਚ ਅਜੇ ਵੀ ਖੈਰ ਹੈਗੀ ਹੈ। ਉਹ ਜਿਹੜੀ ਨਾ ਸੋ ਕਾਲਡ ਵਾਈਟ ਕਾਲਰ ਕਲਾਸ, ਮਿਡਲ ਕਲਾਸ ਜਿਹੜੀ ਹੈਗੀ ਹੈ, ਉਹ ਆਪਣੇ ਹੋਣ ਨੂੰ ਹੀ ਨਹੀਂ ਤਸਲੀਮ ਕਰ ਰਹੀ ਹੈ। ਉਹ ਤੇ ਚਸ਼ਮਾ ਇਸ ਤਰ੍ਹਾਂ ਲਾਉਂਦੇ ਨਾ ਸਰ ਤੇ, ਖਤਮ ਹੋ ਗਏ ਉਹ, ਪੰਜਾਬੀ ਰਹੇ ਨਹੀਂ, ਉਹ ਇੰਗਲਿਸ਼ ਮੀਡੀਅਮ ਹੋ ਗਏ, वो आंटी हो गए बिल्कुल, बड़ी बड़ी गल्लां करी कि वेनेजुएला में बहुत बुरी हालत चल रही है आजकल, वी हैव टू डू समथिंग अबाउट इट। खुदा दे वास्ते अपने पीछे देखो, छोटे मुफ्ती बाकर की हो गया और दसो, इट इज जस्ट टेरिबल, दे आर कट ऑफ फ्रॉम रियलिटी। जब तक ਤੁਸੀਂ ਆਪਣੇ ਨੌਕਰਾਂ ਦੇ ਨਾਲ ਪੰਜਾਬੀ ਬੋਲੋਗੇ ਤੇ ਆਪਣੇ ਵੱਡਿਆਂ ਦੇ ਨਾਲ ਉਰਦੂ, you have no right to ever be civilized. You will just die like the way Arabs treat you, like piece of मैं की कहां टीवी। राइट सर, शायद यही वजह हैगी है कि ਜਿਹੜੀ ਇਸ ਵੇਲੇ ਪਾਕਿਸਤਾਨ ਦੇ ਚੁੱਕੇ ਇਸ ਵੇਲੇ ਰਾਜ ਦਾ ਬਹਰਹਾਲ ਪੰਜਾਬੀ ਤੋਂ ਤਲਕ ਰੱਖਣ ਵਾਲੀ ਕੌਮ ਦਾ, ਭਾਵੇਂ ਉਹ ਸੁੱਚੇ ਪੰਜਾਬੀ ਨਹੀਂ ਰਹੇਗੇ, ਐਸਟੈਬਲਿਸ਼ਮੈਂਟ ਜੋ ਵੀ ਹੈ, ਜਦੋਂ ਆਪਣੇ ਹੋਣ ਨੂੰ ਤਸਲੀਮ ਕਰ ਲੇਗੀ ਤੇ ਸ਼ਾਇਦ ਬਲੋਚਾਂ ਤੇ ਜ਼ੁਲਮ ਬੰਦ ਹੋ ਜਾਏਗਾ, ਸ਼ਾਇਦ ਮੁਹਾਜਰਾਂ ਨਾਲ ਤਲਖੀ ਬੰਦ ਹੋ ਜਾਏਗੀ, ਪਠਾਨਾਂ ਨਾਲ ਤਲਖੀ ਬੰਦ ਹੋ ਜਾਏਗੀ। ਨਹੀਂ ਹੋ ਸਕਦਾ ਨਾ ਸਰ। The day Punjab Assembly, the Chief Minister speaks in Punjabi is the day you will change things. ਸਾਡਾ ਨਵਾਜ਼ ਸ਼ਰੀਫ ਨਹੀਂ ਪੰਜਾਬੀ ਬੋਲਦਾ। ਸਿੱਧੂ ਸਾਹਿਬ ਜਿਹੜੇ ਗਏ ਸਨ ਇੱਥੋਂ, ਇਮਰਾਨ ਖਾਨ ਦੇ ਬੜੇ ਉਹ ਪਕਤ ਹੈਗੇ ਨੇ, ਉਹ ਜਾ ਕੇ ਉਹ ਵੀ ਉੱਥੇ ਉਰਦੂ ਸ਼ੁਰੂ ਹੋ ਜਾਂਦੇ ਨੇ ਤੇ ਪੰਜਾਬੀ ਦੇ ਵਿੱਚ ਉਹ ਮਰੀਮ ਨਵਾਜ਼ ਨੂੰ ਨਹੀਂ ਮਿਲਦੇ। ਦੇਖੋ ਹਰ ਕੋਈ ਕਹਿੰਦਾ ਸਾਡੇ ਨਾਨਾ ਜਿਹੜੇ ਸਨ ਉਰਦੂ ਲਿਖਦਾ, ਉਹ ਉਰਦੂ in India also is become like a imperialist language. ਇੰਡੀਆ ਵਿੱਚ ਤੁਸੀਂ ਜਾਓ, ਕਿਹੜੇ ਸ਼ਹਿਰ ਵਿੱਚ ਖੜੇ ਹੋ ਕੇ ਉਰਦੂ ਵਿੱਚ 2-4 ਸ਼ੇਰ ਕਹੋ, ਲੋਕੀ ਕਹਿੰਦੇ ਕਿੰਨਾ, ਅਰੇ ਮੈਂ ਬਹੁਤ ਪੜਾ ਲਿਖਾ ਆਦਮੀ ਹੈ, ਉਹਨੂੰ ਕੁਝ ਕਹਿਣ ਦੀ ਜ਼रूरत नहीं, वो छठी फेल वो शेर सुना दे 2-4, अमा कहा है जैसे हाली साहब ने ये कहा, फलाने ने कहा, लोग की खड़े हो जाते आधा पर से, यार बात तो सही कही आपने, ए मुशायरिया ने मरवाता सानू, ए पंजाबी दे मुशायरे होंदे मजा आंदा। हाँ नहीं, वो भी ਅਸੀਂ ਇੱਥੇ ਖਰ ਕਰਨੇ ਟੋਰਾਂਟੋ ਤੁਹਾਨੂੰ ਕਿਸੇ ਨੂੰ ਸੱਦਾਂਗੇ, ਪੀਂਦੇ ਸੀ ਵਕਤ ਸੀ। ਮੈਂ ਸਰ ਹੁਣ ਗੱਲਬਾਤ ਨੂੰ ਆਖਰੀ ਕਨਕਲੂਡ ਕਰਨਾ ਜੀ ਜੀ, ਅਗਰ ਇਹ ਪੰਜਾਬੀਅਤ ਦਾ ਜਿਹੜਾ ਹੈਰੀਟੇਜ ਦੀ ਓਨਰਸ਼ਿਪ ਹੈਗੀ ਹੈ, ਇਹਦੀ ਤਰਫ ਅਗਰ ਸਾਰੇ ਸੁੱਚੇ ਤਰੀਕੇ ਨਾਲ ਆ ਜਾਣ। ਹੁਣ ਅਸੀਂ ਵੀ ਟੋਰਾਂਟੋ 'ਚ ਦੇਖਦੇ ਹਾਂ ਸਿੱਖ ਆਪਣੇ ਵਿਸਾਖੀ ਦੇ ਪ੍ਰੋਗਰਾਮ ਕਰਦੇ ਨੇ, ਉਹਦੇ 'ਚ ਮੈਨੂੰ ਲੱਗਦਾ ਜਿਵੇਂ ਜਦੋਂ ਮੈਂ ਜਾਂਦਾ, ਮੇਰੇ ਨਾਲ ਇੱਕ ਹਿੰਦੂ ਵੀ ਪੰਜਾਬੀ ਭਰਾ ਗਿਆ ਹੋਇਆ ਸੀ, ਕਹਿਣਗੇ ਯਾਰ ਅਸੀਂ ਤਾਂ ਇੱਥੇ ਵੈਲਕਮ ਹੀ ਫੀਲ ਨਹੀਂ ਹੋ ਰਹੇ ਹੈਗੇ, ਉਹ ਲੱਗਦਾ ਧਰਮ ਹੀ ਛਾਇਆ ਹੋਇਆ ਹੈ। ਪੰਜਾਬੀਅਤ ਯਾਨੀ ਪੰਜਾਬੀ ਹੈਰੀਟੇਜ ਮੰਥ ਜਿਹੜਾ ਹੈਗਾ ਉਹ ਸਿੱਖ ਹੈਰੀਟੇਜ ਮੰਥ ਹੋ ਗਿਆ। Unfortunately, it is dying due to the Sikh community. ਇਹ ਵੀ ਸੁਣ ਲਓ, ਕਿਉਂਕਿ ਜਦ ਹਰਿਆਣਾ ਦੇ ਹਿੰਦੂਆਂ ਨੂੰ ਤੁਸੀਂ ਕਹਿਤਾ ਕਿ ਪੰਜਾਬੀ ਨਹੀਂ, ਤੇ ਹਿੰਦੂ ਪੰਜਾਬੀਆਂ ਨੇ ਬੇਵਕੂਫ ਵਿੱਚ ਕਹਿਤੇ ਕਿ ਹਮਾਰੀ ਹਿੰਦੀ ਜ਼ਬਾਨ ਹੈ, ਫਿਰ ਕੀ ਰਹਿ ਗਿਆ ਸਰ? ਤੁਸੀਂ ਇੱਕ ਲੈਂਗੁਏਜ ਨੂੰ ਰਿਲੀਜੀਅਸ ਬਣਾਤਾ, ਉਹ ਉਹਨਾਂ ਦਾ ਬਹੁਤ ਸਿੱਖਾਂ ਦਾ ਬਹੁਤ ਕੰਮ ਹੈ, and salute them for what they do for Punjabi, but it has to be, a language has to be secular. Right. If the language is religious, then it is not a language, it is a preaching tool. Right. ਦੋ ਬੰਦਿਆਂ ਦਾ ਆਪਸ ਵਿੱਚ ਕਮਿਊਨੀਕੇਸ਼ਨ 10,000 ਸਾਲ ਦੇ ਬਾਅਦ ਇੱਕ ਹੁੰਦਾ ਹੈ, when brain ਦੇ ਅੰਦਰ ਇੱਕ ਲੈਂਗੁਏਜ ਡਿਵੈਲਪ ਹੋ ਕੇ ਇੱਕ ਕਮਿਊਨਿਟੀ ਗੱਲ ਕਰਦੀ, ਕੋਈ ਫ੍ਰੈਂਚ ਕਰ ਰਿਹਾ ਹੈ, ਕੋਈ ਜਰਮਨ ਕਰ ਰਿਹਾ, ਕੋਈ ਜੈਪਨੀਜ਼ ਬੋਲ ਰਿਹਾ, ਬੰਗਲਾ ਬੋਲ ਰਿਹਾ। ਇਹ ਸਾਡੇ ਮੁਸੀਬਤ ਹੈ ਕਿ ਰਿਲੀਜਨ ਦੇ ਨਾਲ ਲੈਂਗੁਏਜ ਪਰ ਵੱਧ ਜਾਂਦੀ। ਤੁਸੀਂ ਵੇਖੋ ਸਾਊਥ ਇੰਡੀਆ ਚਲੇ ਜਾਓ, ਉੱਥੇ ਮੈਂ ਪੜ੍ਹ ਰਿਹਾ ਸੀ ਕਿ ਉਹ ਚੇਨਈ ਦੇ ਅੰਦਰ ਮੁਸਲਮਾਨ ਕਹਿ ਰਹੇ ਕਿ ਉਰਦੂ ਦਾ ਰੇਡੀਓ ਚੈਨਲ ਦਿਓ ਕਿਉਂਕਿ ਅਸੀਂ ਮੁਸਲਮਾਨ। ਉਹ ਤੁਸੀਂ ਤਾਮਿਲ ਨਹੀਂ ਬੋਲਦੇ, ਕਿਸ ਟਾਈਪ ਦਾ ਤਮਿਲੀਅਨ ਹੈ ਤੂੰ? ਤਾਮਿਲ ਨਹੀਂ ਬੋਲਣਾ। ਪਹਿਲੇ ਮੁਸਲਮਾਨ ਜਿਹੜੇ ਆਏ ਨੇ ਇੰਡੀਆ ਵਿੱਚ, ਉਹਨਾਂ ਦਾ ਮਲਾਬਾਰ ਤੇ ਤਾਮਿਲਨਾਡੂ ਦਾ ਕੋਸਟ ਹੈ, ਉਹਨਾਂ ਦੀ ਸਟੋਰੀਆਂ ਪੜ੍ਹੋ, ਯੂ ਵਿਲ ਬੀ ਅਮੇਜ਼ਡ ਕਿ ਇੰਟਰਵਾਈਨਿੰਗ ਆਫ ਹਿੰਦੂ names got into Islamic stories. लेकिन अरबाइजेशन ਜਿਹੜਾ ਹੋਇਆ 1970 ਦੇ ਬਾਅਦ,
ਇਹਨੇ ਬਹੁਤ ਚੀਜ਼ਾਂ ਨੂੰ ਡਿਸਟਰੋਏ ਕੀਤਾ ਦੁਨੀਆ ਭਰ 'ਚ। ਹੁਣ ਈਰਾਨ ਵਿੱਚ ਵੇਖੋ ਕਿ ਕਹਿੰਦੇ ਨੇ ਕਿ ਈਰਾਨ ਦਾ ਹੈਡ ਆਫ ਸਟੇਟ ਕਿ ਹੈਜ਼ ਟੂ ਬੀ ਅ ਅਰਬ। ਕਮਾਲ ਦੇ ਨਾਲ ਕਿ ਈਰਾਨ ਤੇ ਅਰਬਾਂ ਦੀ ਜੰਗ ਹੈ, ਲੜਦੇ ਨੇ, ਲੇਕਿਨ ਲਾਅ ਹੈ ਕਿ ਈਰਾਨ ਦਾ ਸੁਪਰੀਮ ਲੀਡਰ has to be of Arab ancestry. He cannot be of Persian ancestry. I think it's illogical. लेकिन रिलीजन ਦਾ ਜਦ ਤੱਕ ਤੁਸੀਂ ਰਿਲੀਜਨ ਤੋਂ ਹਟ ਕੇ ਗੱਲ ਨਹੀਂ ਕਰੋ ਤੁਹਾਨੂੰ ਅਕਲ ਨਸੀਬ ਨਹੀਂ ਹੋਈ। ਜਿੰਨਾ ਬੰਦਾ ਰਿਲੀਜੀਅਸ ਹੁੰਦਾ ਜਾਂਦਾ ਉਹਨਾਂ ਉਹਦਾ ਜਿਹੜਾ ਮੁਖ ਜਿਹਨੇ ਅਰਬੀ ਕਹਿੰਦੇ ਨੇ ਉਹ ਪੁੱਠਾ ਹੁੰਦਾ ਜਾਂਦਾ, ਬਿਕੋਜ਼ ਹੀ ਸਟਾਰਟਸ ਬਿਲੀਵਿੰਗ ਇਨ ਇਰੈਸ਼ਨਲ ਥਿੰਗਸ। ਅਗਰ ਕੋਈ ਕਹਿੰਦਾ ਕਿ ਘੋੜੇ ਦੇ ਉੜ ਸਕਦਾ, ਦੂਜਾ ਕਹਿੰਦਾ ਬਾਂਦਰ ਵੀ ਉੜ ਸਕਦਾ, ਤੀਜਾ ਕਹਿੰਦਾ ਸੱਪ ਜਿਹੜਾ ਅੰਗਰੇਜ਼ੀ ਬੋਲਦਾ। ਦੁਨੀਆ ਬਣਨ ਤੋਂ ਪਹਿਲੇ ਇੱਕ ਸੱਪ ਸੀ, ਉਹਨੇ ਜਾ ਕੇ ਹਜ਼ਰਤ ਆਦਮ ਨੂੰ ਕੈਨ ਯੂ ਇਮੈਜਿਨ ਕਿ ਕੋਈ ਨਹੀਂ ਬਚਿਆ ਸ਼ੈਤਾਨ ਨੂੰ ਸੱਪ ਲੈ ਕੇ ਇੰਗਲਿਸ਼ ਵਿੱਚ ਗੱਲ ਕਰ ਰਿਹਾ, ਇਹ ਬਿਲੀਵ ਕਰ ਰਿਹਾ। ਬਈ ਅਗਰ ਉਹ ਅਸਮਾਨ ਤੇ ਉੜ ਕੇ ਜਾਣਾ ਹੀ ਸੀ ਤੇ ਬੱਤਖ ਤੇ ਬਹਿ ਕੇ ਚਲੇ ਜਾਂਦੇ। ਇਹ ਇਰੈਸ਼ਨਲ ਚੀਜ਼ਾਂ ਨੂੰ ਅਸੀਂ ਜਸਟੀਫਾਈ ਕਰਨੇ ਆਪਣੇ ਬੱਚਿਆਂ ਨੂੰ ਕਹਿੰਦੇ, ਤੇ ਕਿਉਂਕਿ ਸਾਡੀ ਲੈਂਗੁਏਜ ਬੱਚਿਆਂ ਦੇ ਨਾਲ ਆਰਟੀਫਿਸ਼ੀਅਲ ਹੈ, ਸਾਡਾ ਥਾਟ ਇਰੈਸ਼ਨਲ ਹੈ, ਅਸੀਂ ਫਰਸਟ ਕਜ਼ਨ ਦੇ ਨਾਲ ਵਿਆਹ ਕਰਦੇ ਨੇ, ਫਿਜ਼ੀਓਲੋਜੀਕਲੀ ਡੈਮੇਜ, ਇੰਟੈਲੈਕਚੁਅਲੀ ਡੈਮੇਜ, ਸੋਚ ਨਹੀਂ, ਪੜੋਸੀ ਸਾਡੇ ਦੁਸ਼ਮਣ। ਮੁਸੀਬਤ ਦੇ ਮਾਰੇ ਸਾਰੇ ਪੜੋਸੀ ਦੁਸ਼ਮਣ ਸਾਡੇ, ਅਫਗਾਨਿਸਤਾਨ, ਈਰਾਨ, ਇੰਡੀਆ, ਮੇਰਾ ਖਿਆਲ ਕੋਈ ਵੀ ਹੁੰਦਾ ਨਾਲ ਦੇ ਨਾਲ। ਚੀਨ ਵੀ ਇਹਨਾਂ ਨੂੰ ਮਾਰੇਗਾ। ਖੈਰ ਚੀਨ ਨੇ ਤਾਂ 10 ਲੱਖ ਮੁਸਲਮਾਨਾਂ ਨੂੰ ਜੇਲ੍ਹ ਵਿੱਚ ਬੰਦ ਕਰਕੇ ਡਾਂਸਿੰਗ ਲੈਸਨਸ ਦੇ ਰਹੇ ਨੇ, ਵੈਸਟਰਨ ਮਿਊਜ਼ਿਕ ਚੱਲਦੀ ਹੈ, ਕਮਿਊਨਿਸਟ ਪਾਰਟੀ ਦਾ ਮੈਂਬਰ ਬਣਾ ਰਹੇ ਨੇ। ਹੋ ਸਕਦਾ ਉਹ ਠੀਕ ਕਰ ਲੈਣ, ਕੁਝ ਨਹੀਂ ਪਤਾ। ਹੋ ਸਕਦਾ ਹੈ ਕਿ ਮੁਸਲਮਾਨ ਫਾਈਨਲੀ ਠੀਕ ਠਾਕ ਹੋ ਕੇ ਨਾ ਚੀਨ ਤੋਂ ਆਏ, ਕਹੇ ਭਾਈ ਖੁਦਾ ਦੇ ਵਾਸਤੇ ਸਟੀਮ ਇੰਜਨ ਇਨਵੈਂਟ ਕਰੋ, ਟਾਈਪਰਾਈਟਰ ਬਣਾਓ, ਇਹ ਮਾਊਸ ਬਣਾਓ, ਇੰਟਰਨੈਟ ਬਣਾਓ। ਅਸੀਂ ਕੁਝ ਬਣਾਇਆ ਹੀ ਨਹੀਂ, ਬਾਈਸਿਕਲ ਨਹੀਂ ਬਣਾ ਸਕਦੇ ਅਸੀਂ। ਤੇ ਇਹਦਾ ਮਤਲਬ ਅਗਰ ਅਸੀਂ ਆਖਿਰ 'ਚ ਗੱਲਬਾਤ ਨੂੰ ਤਰਸ ਸਮ ਕਰੀਏ, ਅਗਰ ਪੰਜਾਬੀ ਆਪਣੀ ਹੈਰੀਟੇਜ ਦੀ ਓਨਰਸ਼ਿਪ ਨੂੰ ਲੈ ਲੈਣ, ਜਿਵੇਂ ਖਾਸ ਤੌਰ 'ਤੇ ਹਿੰਦੂਆਂ ਨੂੰ ਲੋੜ ਹੈਗੀ ਲੈਣ ਦੀ, ਚੁੱਕੇ ਉਹੀ ਤਾਂ ਪੰਜਾਬੀ ਦੇ ਅਸਲ ਵਾਰਿਸ ਨੇ, ਬਾਕੀ ਤਾਂ ਬਾਅਦ ਵਿੱਚ ਆਏ ਨਾ ਸਾਰੇ। ਬਟ ਵੀ ਹੈਵ ਟੂ ਐਟਲੀਸਟ ਅਸੀਂ ਰੈਕਗਨਾਈਜ਼ ਤੇ ਕਰੀਏ। ਐਬਸੋਲੂਟਲੀ, ਐਬਸੋਲੂਟਲੀ। ਇਹ ਹਿੰਦੂ ਨਹੀਂ ਰੈਕਗਨਾਈਜ਼ ਕਰਦਾ, ਉਹ ਕਹਿੰਦਾ ਕਿ ਮੈਂ ਉਹ ਕੀ ਹੈ ਗੰਗਾ ਜਮਨਾ ਤਹਿਜ਼ੀਬ, ਉਹ ਸਮਝਦੇ ਨੇ ਮਹਾਭਾਰਤ ਕਿਧਰ, ਉਹ ਆਸਾਮ ਵਿੱਚ ਹੋਈ ਹੈ, ਕੁਰੂਕਸ਼ੇਤਰ ਪੰਜਾਬ ਵਿੱਚ ਨਹੀਂ ਹੈ। ਨਾ ਨਾ ਸਰ ਉਹ ਤਾਂ ਹਰਿਆਣੇ में, ਉਹ ਹਰਿਆਣਾ ਦੇ ਤੁਸੀਂ ਬਣਾ ਪਾਰਟੀਸ਼ਨ ਕਰਕੇ ਬਣਾਇਆ ਹੈ ਤੇ 6 ਦਰਿਆਵਾਂ ਦਾ ਹਿੱਸਾ ਨਾ ਕੁਰੂਕਸ਼ੇਤਰ। ਸਰ ਅੰਮ੍ਰਿਤਸਰ ਤੋਂ ਦਿੱਲੀ ਤੱਕ ਉਸ ਪੰਜਾਬ ਹੀ ਇਨਫੈਕਟ ਚੱਲ ਰਿਹਾ ਹੈ ਸਰ। ਉਹ ਮੈਂ ਨਾਰਥ ਦੀ ਵੀ ਗੱਲ ਕਰ ਰਹੇ ਹਾਂ, ਤੁਸੀਂ ਜਿਹੜਾ ਸਿੰਧੂ ਲਦਾਖ ਤੱਕ ਜਾਂਦਾ ਹੈ, ਜਿਹੜੀ ਸਾਡੀ ਸਿਵਲਾਈਜੇਸ਼ਨ ਹੈ, ਅਸੀਂ ਅੱਜ ਪੰਜਾਬੀ ਬੋਲ ਰਹੇ ਹਾਂ ਨਾ, 5000 ਸਾਲ ਪਹਿਲੇ ਅਸੀਂ ਕੁਝ ਹੋਰ ਬੋਲਨੇ ਹੋਗੇ। ਐਂਡ ਵਿੱਚ ਇੰਡੀਅਨ ਸਿਵਲਾਈਜੇਸ਼ਨ ਪੂਰੀ ਮੌਜੂਦਾਰੋ ਦੀ ਹੈ, ਟਕਸ਼ਿਲਾ ਦੀ। ਟਕਸ਼ਿਲਾ ਪੰਜਾਬ ਨਹੀਂ ਹੈ, ਹੜੱਪਾ ਪੰਜਾਬ ਨਹੀਂ ਹੈ। ਤੁਸੀਂ ਅਗਰ ਇੰਡੀਅਨਸ ਨਾਲ ਗੱਲ ਕਰੋ ਇਸ ਤਰ੍ਹਾਂ ਲੱਗਦਾ ਕਿ ਟਕਸ਼ਿਲਾ ਕੋਈ ਉਧਰ ਹੈ ਯੂਪੀ 'ਚ। ਉਹਨਾਂ ਨੂੰ ਵੀ ਬ੍ਰੇਨ ਵਾਸ਼ ਕੀਤਾ ਕਿ ਇਹ ਕਦੀ ਤੁਹਾਡੇ ਨਾਲ ਹੀ ਨਹੀਂ ਸੀ। ਉਹ ਨੈਸ਼ਨਲ ਐਂਥਮ ਵਿੱਚ ਸਿੰਧ ਪਾਤਾ, ਉਹਨੇ ਕਿਹਾ ਗਾਏ ਜਾਓ ਤੁਸੀਂ। ਔਰ ਸਰ ਜਿਹੜਾ ਯੂਪੀ ਦਾ ਵੀ ਕਲਚਰ ਹੈ ਉਹ ਵੀ ਪੰਜਾਬ ਦੇ ਕਲਚਰ ਨਾਲ ਬਹੁਤ ਸਿਮਿਲਰ ਰਹੇਗਾ। ਯੂਪੀ ਕੋਈ ਕਲਚਰ ਨਹੀਂ ਹੈ। ਯੂਪੀ ਇਜ਼ ਦੀ ਓਨਲੀ ਪ੍ਰੋਵਿੰਸ ਸਟੇਟ ਜਿਹਦਾ ਕੋਈ ਆਪਣੀ ਲੈਂਗੁਏਜ ਵੀ ਨਹੀਂ ਹੈ। ਜਿਹੜੀ ਉਹਨਾਂ ਦੀ ਖੜੀ ਬੋਲੀ ਸੀ ਭੋਜਪੁਰੀ ਸੀ, ਉਹਨੂੰ ਵੀ ਤੁਸੀਂ ਮਰਵਾ ਦਿੱਤਾ। ਬਿਹਾਰ ਵਿੱਚ ਇਹ ਜਿਹੜਾ ਉਰਦੂ ਇੰਪੀਰੀਅਲਿਜ਼ਮ ਹੈ ਨਾ, ਬੜਾ ਨੁਕਸਾਨ ਕੀਤਾ। ਵਾਟ ਇਜ਼ ਰੋਂਗ ਵਿਦ ਭੋਜਪੁਰੀ? ਅਜੇ ਸੂਰੀਨਾਮ ਜਾਓ ਤਾਂ ਭੋਜਪੁਰੀ ਬੋਲ ਰਹੇ ਨੇ ਨਾ, ਫੀਜੀ ਜਾਓ ਤੁਸੀਂ, ਉਹ ਸਾਰੇ ਲੋਕੀ ਆਪਣੀ ਪੁਰਾਣੀ ਜਿਹੜੀ ਹਿੰਦੁਸਤਾਨ ਦੀ ਬੋਲੀ ਸੀ ਬਿਹਾਰ ਦੇ ਅੰਦਰ ਕਿੰਨੀ ਬੋਲੀਆਂ ਸਨ। ਅਸੀਂ एसोसिएट करने के वो तो बिहारी है, देखो बेवकूफ आदमी किस जबान में बात कर रहे हो। अरे यू कैन बी ब्रिलियंट इन एनी लैंग्वेज, बट मेरा नॉट इन द लैंग्वेज इट इज टोटली आर्टिफिशियल टू आर इंडियन थिंकिंग। एक ਅਸੀਂ ਲਿਖਨੇ ਪੁੱਠਾ ਅਰਬਾਂ ਦੀ ਤਰ੍ਹਾਂ। if we want to speak Punjabi or Hindi, we have to go like the rest of the world goes, left to right। ਅਸੀਂ ਰਾਈਟ ਟੂ ਲੈਫਟ ਜਾ ਰਹੇ ਹਾਂ
ਤੇ ਕਹਿੰਦੇ ਯਾਰ ਇੱਕ ਰਿਵਰਸ ਗੇਅਰ ਵਿੱਚ ਗੱਡੀ ਅੱਗੇ ਕਿਉਂ ਨਹੀਂ ਜਾ ਰਹੀ। ਸਾਰੀ ਦੁਨੀਆ ਦੇ ਫੇਰੇ ਕਲੌਕਵਾਈਜ਼ ਨੇ, ਯਾਦ ਰੱਖਣਾ। ਸਬ ਐਟੋਮਿਕ ਪਾਰਟੀਕਲ ਤੋਂ ਲੈ ਕੇ ਜਿਹੜੀ ਕੋਸਮੋਲੋਜੀ ਹੈ, ਜਿਹੜੇ ਗੈਲੈਕਸੀਜ਼ ਨੇ, ਬਿਲੀਅਨਸ ਆਫ ਗੈਲੈਕਸੀਜ਼, ਦੇ ਆਰ ਗੋਇੰਗ ਕਲੌਕਵਾਈਜ਼। ਅਸੀਂ ਕੀ ਕਰਨੇ ਆ? ਕਾਊਂਟਰ ਕਲੌਕਵਾਈਜ਼। ਤੇ ਫਿਰ ਮੈਂ ਕਹਿਣਾ ਕੋਈ ਸੁਣਦਾ ਹੀ ਨਹੀਂ ਸਾਰੀ ਗੱਲ। ਇਹ ਸਾਰੀ ਗੱਲਾਂ ਹੋ ਸਕਦੀਆਂ ਨੇ ਇਫ ਯੂ ਆਰ ਨੈਚੁਰਲ ਇਨ ਯੋਰ ਲੈਂਗੁਏਜ। ਪਿਆਰ ਨਾਲ ਗੱਲ ਕਰੋ। ਮੇਰਾ ਇੱਕ ਹੀ ਸੋਲੂਸ਼ਨ ਹੈ, ਮੈਂ ਦੱਸਾਂ। ਜਿਸ ਦਿਨ ਬਲੋਚਿਸਤਾਨ ਅਲੱਗ ਹੋਏਗਾ, ਪਾਕਿਸਤਾਨ ਟੁੱਟੇਗਾ। ਉਸ ਦਿਨ ਪੰਜਾਬੀ ਪਾਕਿਸਤਾਨੀ ਨੂੰ ਪਤਾ ਚੱਲੇਗਾ ਕਿ ਪਾਕਿਸਤਾਨ ਕੋਈ ਚੀਜ਼ ਹੀ ਨਹੀਂ ਹੈ। ਵਾਟ ਵਿਲ ਦੇ ਕਾਲ ਦੈਮਸੈਲਵਸ? ਪੰਜਾਬ। ਸਿੰਧ ਦੇ ਨਾਲ ਗੱਲ ਕਰਨੀ ਪਏਗੀ ਨਾ ਕਿ ਜਿਹੜਾ ਸਾਰਾ ਸੇਮ ਥੂੜ ਦਾ ਪਾਣੀ ਸੁੱਟ ਕੇ ਸਿੰਧ ਦਾ ਬੇੜਾਗਰ ਕੀਤਾ, ਸਿੰਧ ਆਪਣੀ ਫੌਜ ਲਿਆਏਗਾ ਕਿ ਵੀ ਪਾਣੀ ਖੋਲੋ, ਵਰਨਾ ਇੰਟਰਨੈਸ਼ਨਲ ਟ੍ਰੀਟੀਜ਼ ਹੁੰਦੀਆਂ ਨੇ। ਪਸ਼ਤੂਨਾ ਨੇ ਛੱਡ ਦੇਣਾ ਕਿ ਉਹਨਾਂ ਦੇ ਸ਼ਹਿਰ ਦੇ ਅੰਦਰ, ਪਿਸ਼ਾਵਰ ਦੇ ਅੰਦਰ, ਕਿਉਂਕਿ ਇੱਥੇ ਲੋਕ ਪਸ਼ਤੂ ਬਹੁਤ ਬੋਲਦੇ ਨੇ। ਦਾਦਾ ਖੌਫ ਕਰੋ, ਅਗਰ ਪਿਸ਼ਾਵਰ ਵਿੱਚ ਪਸ਼ਤੂ ਨਹੀਂ ਬੋਲਣਾ ਤੇ ਕੀ ਬੋਲਣਾ? बोलो ये पठान बहुत आ गए पिशावर में, तो सुने होगा तुसी यार, पिशावर में पठान बहुत है, क्वेटा में बलोच बहुत है। व्हाट इज रॉन्ग विद दिस पीपल? ते एक काम में बड़ा दोस्तां नूं बुरा लगता है मैं जदों कहना ये आर्टिफिशियल मुल्क के आपे ही टुटेगा, आपे ही पंजाबियों नूं होश आएगा कि तुसी ब्रिलियंटली चंगे, शक्लां तुहाडी चंगियां, गिज़ा तुहाडी चंगी, नहरां हर पासे, संदरां दे बाग ने, दरख्त ने, खेतां ने, हसदे। Why don't you recognize yourself who you are? अगर सर चलो टुटन की गल ना भी करिए, अगर अपने आप नूं पहचान ही लवन, अपने रिकगनाइज कर लें, दूजियां दे हकूक मान लें, फिर टुटन की जरूरत नहीं कोई। बस ये असीं कहने गए। अगर पंजाबी नूं पता होए कि ओदा ओ बलोच ओदी पीड़ होई है जिहड़ी पंजाबी दी है, राइट, ते टुटन की लोड़ है? तो गल करो, मामला सही हो जाएगा। ਅਸੀਂ ਤੇ ਤੁਸੀਂ ਸੋਲੂਸ਼ਨ ਦੇ ਰਹੇ ਹਾਂ ਕਿ ਆਪਣੇ ਆਪ ਨੂੰ ਮੰਨ ਲਵੋ ਤੇ ਟੁੱਟਣ ਦੀ ਲੋੜ ਨਹੀਂ, ਸਭ ਨਾਲ ਪਿਆਰ ਚੱਲ ਜਾਏਗਾ। ਤੁਸੀਂ ਡੀਜੀ ਖਾਨ ਨੂੰ ਕਹੋ ਕਿ ਬਲੋਚਿਸਤਾਨ ਨੂੰ ਅਸੀਂ ਤੋਹਫਾ ਦੇ ਰਹੇ ਹਾਂ। ਉਹ ਸਿੰਧ ਦਰਿਆ ਜਿਹੜਾ ਹੈ ਲਈਆ ਸਾਈਡ ਤੋਂ ਆਉਂਦਾ ਹੈ ਨਾ, ਕੋਟ ਅੱਦੂ ਹੈ ਸਾਰਾ, ਉਹ ਸਾਰਾ ਜਿਹੜਾ ਇੰਡਸ ਦਾ ਰਾਈਟ ਬੈਂਕ ਹੈ ਉਹ ਬਲੋਚ ਏਰੀਆ। ਉਹ 1850s ਵਿੱਚ ਅੰਗਰੇਜ਼ ਨੇ ਬਲੋਚਾਂ ਤੋਂ ਲੈ ਕੇ ਪੰਜਾਬ ਨੂੰ ਦੇ ਦਿੱਤਾ। ਉਹਨੂੰ ਕਹੇ ਲਓ ਭਾਜੀ ਤੁਹਾਡੀ ਜ਼ਮੀਨ ਸੀ, ਤੁਸੀਂ ਇਹ ਲਓ, ਡੇਰਾ ਗਾਜ਼ੀ ਖਾਨ ਬਲੋਚਿਸਤਾਨ ਦਾ। ਕੱਲ ਕੀ ਹੋਏਗਾ? ਲੋਕੀ ਪੰਜਾਬੀਆਂ ਨੂੰ ਮਿਲ ਕੇ ਗਲੇ ਲਾਣਗੇ। ਤੁਸੀਂ ਲੁੱਟ ਲਿਆ, ਉਹਦੀ ਸੂਈ ਗੈਸ ਲੈ ਕੇ 70 ਸਾਲ ਹੋ ਗਏ ਨੇ, ਘਰ ਚੁੱਲ੍ਹੇ ਜਲ ਰਹੇ ਨੇ ਤੇ ਬਲੋਚਿਸਤਾਨ ਵਿੱਚ ਗੈਸ ਜਿੱਥੋਂ ਸੂਈ ਚੋਂ ਨਿਕਲੀ ਉੱਥੇ ਨਹੀਂ ਗਈ, ਦੇਖੋ ਲੱਕੜੀਆਂ ਸਾੜ ਕੇ। ਤੇ ਇਹ ਅਗਰ ਪੰਜਾਬੀਆਂ ਨੂੰ ਆਪਣੀ ਅਸਲੀ ਪੰਜਾਬੀਅਤ ਆ ਜਾਏ ਤੇ ਇਹ ਸਾਰੇ ਇਨਸਾਨ ਬਣ ਮਸਲੇ ਹੱਲ ਹੋ ਜਾਣਗੇ। ਮੈਂ ਸਮਝਣਾ ਕਿ ਪਾਕਿਸਤਾਨ ਤੋਂ ਬਿਹਤਰ ਮੁਲਕ ਹੀ ਨਹੀਂ ਕੋਈ ਹੋਏਗਾ। ਫਿਰ ਬੜੀ ਤੁਸੀਂ ਸੋਹਣੀ ਗੱਲ ਕਹੀ ਹੈ, ਔਰ ਤੁਸੀਂ ਅੱਜ ਉਹ ਗੱਲ ਕਹੀ ਹੈ, ਕਿਉਂਕਿ ਤੁਸੀਂ ਤੇ ਮੈਂ ਅੱਜ ਪੰਜਾਬੀ 'ਚ ਗੱਲ ਕਹੀ ਹੈ, ਤੁਸੀਂ ਕਿਹਾ ਟੁੱਟਿਓਂ ਬਗੈਰ ਵੀ ਹੱਲ ਹੈਗਾ, ਵਰਨਾ ਤੁਸੀਂ ਹਮੇਸ਼ਾ ਕਹਿੰਦੇ ਟੁੱਟਣ ਨਹੀਂ ਹੱਲ ਹੈਗਾ। ਬਿਲਕੁਲ। ਅੱਜ ਅਸੀਂ ਇਸ ਗੱਲ ਨੂੰ, ਤੁਹਾਡੇ ਪੈਗਾਮ ਨੂੰ ਪਾਕਿਸਤਾਨ ਦੀ ਪੰਜਾਬੀ ਐਸਟੈਬਲਿਸ਼ਮੈਂਟ ਤੱਕ ਪਹੁੰਚਾਉਂਦੇ ਹਾਂ। ਉਹਨਾਂ ਨੂੰ ਕਹਿੰਦੇ ਆ ਕਿ ਤਾਰਿਕ ਫਤਿਹ ਸਾਹਿਬ ਕਹਿ ਰਹੇ ਨੇ ਕਿ ਟੁੱਟਿਓਂ ਬਗੈਰ ਵੀ ਕੰਮ ਠੀਕ ਹੋ ਸਕਦੇ ਨੇ ਜੇ ਤੁਸੀਂ ਆਪਣੇ ਹੋਣ ਨੂੰ ਮੰਨ ਲਓ। ਬਹੁਤ ਬਹੁਤ ਸ਼ੁਕਰੀਆ ਤਾਰਿਕ ਸਾਹਿਬ, ਥੈਂਕ ਯੂ ਜੀ। ਖੁਦਾ ਹਾਫਿਜ਼। ਥੈਂਕ ਯੂ। ਅੱਜ ਤਾਰਿਕ ਫਤਿਹ ਔਰ ਮੈਂ, ਅਸੀਂ ਦੋਵੇਂ ਕਸੂਰ ਦੇ ਬੰਦੇ ਹਾਂ, ਔਰ ਕਸੂਰ ਦੇ ਸਾਡੇ ਗੁਰੂ ਨੇ ਬਾਬਾ ਬੁੱਲੇ ਸ਼ਾਹ, ਜਿਨ੍ਹਾਂ ਦੀ ਇੱਜ਼ਤ ਸਾਰੇ ਪੰਜਾਬੀ ਕਰਦੇ ਨੇ। ਅਸੀਂ ਉਹਨਾਂ ਦੀ ਤਲੀਮਾਤ ਦੀ ਰੋਸ਼ਨੀ 'ਚ ਆਪਣੀ ਹੈਰੀਟੇਜ ਦੀ ਓਨਰਸ਼ਿਪ ਦੀ ਗੱਲਬਾਤ ਕੀਤੀ ਹੈ। ਅਸੀਂ, ਮੈਂ ਅਤੇ ਤਾਰਿਕ ਫਤਿਹ ਸਾਹਿਬ ਤੁਹਾਡੇ ਨਾਲ ਪੰਜਾਬੀ 'ਚ ਹੋਰ ਵੀ ਸ਼ੋਅ ਲੈ ਕੇ ਆਵਾਂਗੇ। ਅੱਜ ਦੀ ਗੱਲਬਾਤ ਸੁਣਨ ਅਤੇ ਦੇਖਣ ਦਾ ਬਹੁਤ ਸ਼ੁਕਰੀਆ।